ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਗੁਰਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਚਰਨਾਂ ਵਿੱਚ ਜੁੜ ਕਰਕੇ, ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਸਾ ਧਨ ਰੰਡ ਨਾ ਬੈਸਈ, ਜੇ ਸਤਿਗੁਰ ਮਾਹੇ ਸਮਾਏ। ਪੇਰ ਰਿਸਾਲੂ ਨਉ ਤਨਉ, ਸੱਚ ਮਰੈ ਨਾ ਜਾਏ। ਨਿਤ ਰਵੈ ਸੁਹਾਗਣੀ, ਸਾਚੀ ਨਦਰ ਰਜ਼ਾਏ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਅਸ਼ਟਪਦੀਆਂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 54 ਦੇ ਉੱਪਰ ਸੁਭਾਈਮਾਨ ਹੈ। ਇਸ ਪਾਵਨ ਸ਼ਬਦ ਦੇ 8 ਪਦੇ ਬਖਸ਼ਿਸ਼ ਕੀਤੇ ਸਤਿਗੁਰੂ ਜੀ ਨੇ ਸਾਨੂੰ, ਜਿਸ ਵਿੱਚੋਂ ਪਹਿਲੇ 3 ਪਦਿਆਂ ਦੀ ਵਿਚਾਰ ਆਪ ਸੰਗਤਾਂ ਨੇ ਕੱਲ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ ਔਰ ਰਹਿੰਦੇ ਸ਼ਬਦ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਜੀਵ ਇਸਤਰੀ ਦੀ ਗੱਲ ਕਰ ਰਹੇ ਨੇ ਕਿ ਕਿਹੜੀ ਜੀਵ ਇਸਤਰੀ ਹੈ ਜਿਹੜੀ ਸੁਹਾਗਣ ਵਾਂਗ ਆਪਣਾ ਜੀਵਨ ਗੁਜ਼ਾਰਦੀ ਹੈ ਔਰ ਕਿਹੜੀ ਜੀਵ ਇਸਤਰੀ ਹੈ ਜਿਹੜੀ ਦੁਹਾਗਣ ਬਣ ਕੇ, ਵਿਧਵਾ ਬਣ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੀ ਹੈ।
ਪਰ ਇੱਕ ਖਿਆਲ ਅਸੀਂ ਰੱਖੀਏ, ਸੰਸਾਰਕ ਤੌਰ ਤੇ ਜਦੋਂ ਵਿਚਰਦੇ ਹਾਂ, ਦੁਨਿਆਵੀ ਤੌਰ ਤੇ ਕੋਈ ਵੀ ਇਸਤਰੀ ਦੁਹਾਗਣ ਬਣ ਕੇ ਜ਼ਿੰਦਗੀ ਨਹੀਂ ਗੁਜ਼ਾਰਨਾ ਚਾਹੁੰਦੀ। ਹਰ ਇਸਤਰੀ ਦੇ ਮਨ ਵਿੱਚ ਇੱਕ ਇੱਛਾ ਹੈ, ਇੱਕ ਭਾਵਨਾ ਹੈ ਕਿ ਉਹ ਆਪਣੀ ਜਿਤਨੀ ਵੀ ਜ਼ਿੰਦਗੀ ਹੈ, ਜਿਤਨਾ ਵੀ ਜੀਵਨ ਹੈ, ਉਹ ਸੁਹਾਗਣ ਬਣ ਕੇ ਬਤੀਤ ਕਰੇ। ਮਤਲਬ ਉਹਦਾ ਸੁਹਾਗ ਉਹਦੇ ਸਿਰ ਉੱਤੇ ਮੌਜੂਦ ਰਵੇ। ਇਹ ਇੱਕ ਸੰਸਾਰਕ ਤੌਰ ਤੇ ਇਸਤਰੀ ਦੀ ਇੱਛਾ ਹੈ। ਪਰ ਜਿਹੜੀ ਬਾਤ ਅੱਜ ਸਤਿਗੁਰੂ ਨਾਨਕ ਸਾਹਿਬ ਜੀ ਇਸ ਪਾਵਨ ਸ਼ਬਦ ਵਿੱਚ ਕਰ ਰਹੇ, ਇਹਦੇ ਵਿੱਚ ਮਾਲਕ ਜੀ ਨੇ ਜੀਵ ਇਸਤਰੀ ਦੀ ਗੱਲ ਕੀਤੀ, ਸੰਸਾਰਕ ਤੌਰ ਉੱਤੇ ਨਹੀਂ। ਜਿਹੜਾ ਵੀ ਮਨੁੱਖ ਸੰਸਾਰ ਉੱਤੇ ਹੈ, ਉਹ ਹਰ ਇੱਕ ਜੀਵ ਇਸਤਰੀ ਦੇ ਰੂਪ ਵਿੱਚ ਹੈ। ਉਸ ਮਨੁੱਖ ਨੂੰ ਅੱਜ ਸਤਿਗੁਰੂ ਜੀ ਸਮਝਾਉਂਦਿਆਂ ਇਹ ਦੱਸ ਰਹੇ ਨੇ ਕਿ ਇਹ ਤੇਰੇ ਉੱਤੇ ਨਿਰਭਰ ਕਰਦਾ, ਤੇਰੇ ਉੱਤੇ ਡਿਪੈਂਡ ਕਰਦਾ ਕਿ ਤੂੰ ਆਪਣੀ ਜ਼ਿੰਦਗੀ ਸੁਹਾਗਣ ਬਣ ਕੇ ਜਿਉਣੀ ਹੈ ਜਾਂ ਆਪਣੀ ਜ਼ਿੰਦਗੀ ਨੂੰ ਕੱਟਣਾ ਹੈ ਦੁਹਾਗਣ ਬਣ ਕੇ। ਫਿਰ ਤਵੱਜੋਂ ਦੇ ਕੇ ਸਮਝਿਓ, ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ ਕਿ ਤੂੰ ਆਪਣੀ ਜ਼ਿੰਦਗੀ ਸੁਹਾਗਣ ਬਣ ਕੇ ਜਿਉਣੀ ਹੈ ਕਿ ਦੁਹਾਗਣ ਬਣ ਕੇ ਕੱਟਣੀ ਹੈ। ਔਰ ਬਹੁਤਾਤ ਜਦੋਂ ਸਮਾਜ ਉੱਤੇ ਵੇਖਦੇ ਆ ਤੇ ਜੀਵ ਇਸਤਰੀਆਂ ਦੁਹਾਗਣ ਬਣ ਕੇ ਜ਼ਿੰਦਗੀ ਕੱਟ ਰਹੀਆਂ ਨੇ, ਸੁਹਾਗਣ ਬਣ ਕੇ ਜਿਉਣ ਵਾਲੀਆਂ ਦੀ ਜ਼ਿੰਦਗੀ ਥੋੜੀ ਹੈ। ਇੱਕ ਪਾਸੇ ਜ਼ਿੰਦਗੀ ਨੂੰ ਕੱਟਣਾ ਹੈ ਔਰ ਇੱਕ ਪਾਸੇ ਜ਼ਿੰਦਗੀ ਨੂੰ ਜਿਉਣਾ ਹੈ। ਕੱਟਣਾ ਮਤਲਬ ਇਹ ਆ ਵੀ ਬਸ ਦਿਨ ਕੱਟ ਰਹੇ ਆ, ਜਿਉਣਾ ਮਤਲਬ ਹਰ ਇੱਕ ਮੂਵਮੈਂਟ, ਹਰ ਇੱਕ ਪਲ ਨੂੰ ਅਸੀਂ ਜਿਉ ਰਹੇ ਆ। ਔਰ ਸਤਿਗੁਰੂ ਜੀ ਨੇ ਚੌਥੇ ਪਦੇ ਦੀ ਆਰੰਭਤਾ ਕੀਤੀ ਤੇ ਮਾਲਕ ਜੀ ਆਖਦੇ, ਕਹਿੰਦੇ ਸਾ ਧਨ ਰੰਡ ਨਾ ਬੈਸਈ, ਜੇ ਸਤਿਗੁਰ ਮਾਹੀ ਸਮਾਏ। ਰੰਡ ਮਤਲਬ ਵਿਧਵਾ ਜਿਹਦਾ ਸੁਹਾਗ ਸਿਰ ਤੋਂ ਉੱਠ ਜਾਏ, ਚਲਾ ਜਾਏ, ਉਹਦੇ ਲਈ ਇਹ ਲਫ਼ਜ਼ ਵਰਤੇ ਜਾਂਦੇ ਨੇ। ਉਹਨੂੰ ਦੁਹਾਗਣ ਕਿਹਾ। ਗੁਰਬਾਣੀ ਨੇ ਇਹ ਸਾਰੇ ਲਫ਼ਜ਼ ਵਰਤੇ, ਰੰਡ ਲਫ਼ਜ਼ ਵੀ ਵਰਤਿਆ, ਦੁਹਾਗਣ ਵੀ ਵਰਤਿਆ। ਕਹਿੰਦੇ ਉਹ ਜੀਵ ਇਸਤਰੀ ਕਦੇ ਵੀ ਵਿਧਵਾ ਨਹੀਂ ਹੁੰਦੀ, ਉਹਨੂੰ ਕਦੇ ਇਸ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ ਕਿ ਮੈਂ ਦੁਹਾਗਣ ਹੋ ਜਾਵਾਂਗੀ ਜਾਂ ਦੁਹਾਗਣ ਹੋ ਸਕਦੀ ਆ। ਪਰ ਉਹਦੇ ਲਈ ਗੁਰੂ ਸਾਹਿਬ ਕਹਿੰਦੇ ਜੇ ਸਤਿਗੁਰ ਮਾਹੇ ਸਮਾਏ, ਜੇ ਕਿਤੇ ਉਹ ਗੁਰੂ ਦੇ ਵਿੱਚ ਸਮਾ ਜਾਏ, ਗੁਰੂ ਵਿੱਚ ਸਮਾਉਣ ਤੋਂ ਭਾਵ ਗੁਰੂ ਕੇ ਉਪਦੇਸ਼ ਅਨੁਸਾਰੀ ਚੱਲ ਪਏ, ਗੁਰੂ ਕੇ ਦਰਸਾਏ ਮਾਰਗ ਅਨੁਸਾਰੀ ਚੱਲ ਪਏ। ਜਦੋਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਆ ਤੇ ਉਹਨਾਂ ਇੱਕ ਜ਼ਿਕਰ ਕੀਤਾ, ਕਹਿੰਦੇ ਕਰਮਾਂ ਤੋਂ ਸੁਹਾਗਣ ਦਾ ਅੰਦਾਜ਼ਾ ਹੁੰਦਾ ਹੈ ਕਿ ਇਹ ਸੁਹਾਗਣ ਹੈ ਜਾਂ ਦੁਹਾਗਣ ਹੈ। ਪਰ ਸਾਡਾ ਜਦੋਂ ਅਸੀਂ ਵਿਚਰਦੇ ਆ ਸਮਾਜ ਦੇ ਅੰਦਰ, ਆਪਣੀਆਂ ਜ਼ਿੰਦਗੀਆਂ ਨੂੰ ਜਿਉਂਦੇ ਆ ਤੇ ਸਾਡੇ ਹਾਲਾਤ ਨੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ, ਬਾਹਰੋਂ ਚਿਤਵੀਆਂ, ਰੀਸਾਂ ਕਰਹਿ ਤਿਨਾੜੀਆਂ, ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰਤੀਆਂ, ਮਾਣੈ ਸੁਖ ਰਲੀਆਂ। ਰੀਸਾਂ ਤੇ ਉਹਨਾਂ ਦੀਆਂ ਹੀ ਨੇ ਨਾ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਪੂਛਤ ਹੈ ਸੁਹਾਗਣ ਸੇ ਕਰਮ ਹੈ ਦੁਹਾਗਣ ਕੇ। ਪੂਛਤ ਹੈ ਸੁਹਾਗਣ, ਕਰਮ ਹੈ ਦੁਹਾਗਣ ਕੇ। ਹਿਰਦੈ ਵਿਭਚਾਰ, ਹਿਰਦੇ ਵਿੱਚ ਤੇ ਵਿਭਚਾਰ ਹੈ, ਹਿਰਦੇ ਵਿੱਚ ਤੇ ਵਿਕਾਰ ਨੇ, ਹਿਰਦੇ ਅੰਦਰ ਤੇ ਮਾੜੀ ਸੋਚ, ਮਾੜੀ ਬੁੱਧੀ ਬੈਠੀ ਹੈ। ਕਤ ਸੇਜਾ ਬੁਲਾਈ ਹੈ, ਉਹ ਪਰਮੇਸ਼ਵਰ ਕਿਵੇਂ ਸਾਨੂੰ ਸੱਦ ਲਏਗਾ, ਉਹ ਰੱਬ ਨੂੰ ਅਸੀਂ ਕਿਵੇਂ ਪਾ ਜਾਾਂਗੀਆਂ। ਸਿਰਫ ਸੁਹਾਗਣਾ ਕੋਲੋਂ ਪੁੱਛ ਲੈਣਾ ਕਿ ਭਾਈ ਤੁਸੀਂ ਸੁਹਾਗਣਾ ਕਿਵੇਂ ਹੋ, ਉਹਨਾਂ ਕੋਲੋਂ ਪੁੱਛ ਲੈਣਾ ਕਿ ਤੁਸੀਂ ਆਪਣੇ ਸੁਹਾਗ ਨੂੰ ਸਿਰ ਉੱਤੇ ਕਿਵੇਂ ਬਰਕਰਾਰ ਰੱਖਿਆ ਹੈ,
ਤੁਸੀਂ ਆਪਣੇ ਸੁਹਾਗ ਦੀ ਪ੍ਰਸੰਨਤਾ ਨੂੰ ਕਿਵੇਂ ਹਾਸਲ ਕੀਤਾ ਹੈ, ਇਹ ਪੁੱਛ ਲੈਣਾ ਕਾਫੀ ਨਹੀਂ। ਨਾਲ ਕਰਮ ਵੀ ਤਬਦੀਲ ਕਰਨੇ ਪੈਣਗੇ। ਹੁਣ ਪੁੱਛਤ ਹੈ ਸੁਹਾਗਣ, ਪੁੱਛ ਤੇ ਲਿਆ ਸੁਹਾਗਣ ਦੇ ਕੋਲੋਂ। ਕਰਮ ਹੈ ਦੁਹਾਗਣ ਕੇ ਕੰਮ ਅਜੇ ਵੀ ਦੁਹਾਗਣਾ ਵਾਲੇ ਨੇ। ਹਿਰਦੇ ਵਿੱਚ ਅਜੇ ਵੀ ਵਿਕਾਰ ਹੋਣ, ਹਿਰਦੇ ਵਿੱਚ ਅਜੇ ਵੀ ਮੈਲ ਭਰੀ ਹੋਵੇ, ਮਤ ਅਜੇ ਵੀ ਮੈਲੀ ਹੋਵੇ, ਰੱਬ ਜੀ ਨੂੰ ਕਿਵੇਂ ਪਾ ਜਾਣਗੇ? ਜਿਹਨੂੰ ਗੁਰੂ ਬਾਬਾ ਜੀ ਨੇ ਬਾਣੀ ਵਿੱਚ ਜ਼ਿਕਰ ਕਰਦਿਆਂ ਆਖਿਆ, ਗੱਲੀ ਹੋਂ ਸੁਹਾਗਣ ਭੈਣੇ ਕੰਤ ਨਾ ਕਬਹੂੰ ਮੈਂ ਮਿਲਿਆ। ਗੱਲਾਂ ਨਾਲ ਤੇ ਅਸੀਂ ਸੁਹਾਗਣਾ ਹਾਂ, ਪਰ ਅਜੇ ਤੱਕ ਆਪਣੇ ਖਸਮ ਨੂੰ, ਮਾਲਕ ਨੂੰ, ਪਰਮੇਸ਼ਵਰ ਨੂੰ ਅਸੀਂ ਮਿਲੀਆਂ ਨਹੀਂ। ਗੱਲਾਂ ਨਾਲ ਸਾਨੂੰ ਸਾਰੇ ਸੁਹਾਗਣ ਕਹਿ ਦਿੰਦੇ ਨੇ, ਜਾਂ ਇਉਂ ਆਖ ਲਈਏ ਵੀ ਗੱਲਾਂ ਨਾਲ ਤੇ ਅਸੀਂ ਵੀ ਆਪਣੇ ਆਪ ਨੂੰ ਸੁਹਾਗਣਾ ਹੀ ਆਖਦੇ ਹਾਂ। ਪਰ ਜਿੰਨਾ ਚਿਰ ਖਸਮ ਨਾ ਮਿਲੇ, ਜਾਂ ਜਿੰਨਾ ਚਿਰ ਪਰਮੇਸ਼ਵਰ ਜੀ ਨਾ ਮਿਲਣ, ਪਤੀ ਨਾ ਮਿਲੇ, ਤੇ ਸੁਹਾਗਣ ਕਿਵੇਂ ਬਣ ਜਾਣਗੇ? ਸੁਹਾਗ ਭਾਗ ਵਾਲੀਆਂ ਕਿਵੇਂ ਹੋ ਜਾਵਾਂਗੀਆਂ? ਇਸ ਲਈ ਸਤਿਗੁਰੂ ਜੀ ਆਖਦੇ, ਕਹਿੰਦੇ ਖਿਆਲ ਰੱਖ ਭਲੀਏ ਜੀਵ ਇਸਤਰੀਏ। ਕਿਉਂਕਿ ਰਹਾਉ ਦੀ ਪੰਕਤੀ ਵਿੱਚ ਮਾਲਕ ਜੀ ਨੇ ਜ਼ਿਕਰ ਕੀਤਾ, ਹਰ ਜੀਉ ਇਉਂ ਪਿਰ ਰਾਵੈ ਨਾਰ। ਇਸ ਤਰ੍ਹਾਂ ਜੀਵ ਇਸਤਰੀ ਆਪਣੇ ਪਿਰ ਨੂੰ ਰਾਵਦੀ ਹੈ, ਪਾਉਂਦੀ ਹੈ। ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ। ਸਤਿਗੁਰੂ ਜੀ, ਉਹ ਜਿਹੜੀ ਜੀਵ ਇਸਤਰੀਆਂ ਤੁਹਾਨੂੰ ਭਾ ਜਾਂਦੀਆਂ ਨੇ, ਉਹ ਸੁਹਾਗਣਾ ਬਣ ਜਾਂਦੀਆਂ ਨੇ। ਤੇ ਜਿਹੜੀਆਂ ਤੁਹਾਨੂੰ ਭਾ ਜਾਣ, ਫਿਰ ਉਹਨਾਂ ਨੂੰ ਤੁਸੀਂ ਆਪਣੀ ਮਰਜ਼ੀ ਤੇ ਆਪਣੀ ਇੱਛਾ ਅਨੁਸਾਰ ਸਵਾਰ ਲੈਂਦੇ ਹੋ। ਮਤਲਬ ਇਉਂ ਕਹਿ ਸਕਦੇ ਹਾਂ ਕਿ ਅਕਾਲ ਪੁਰਖ ਪਰਮੇਸ਼ਵਰ ਜੀਓ, ਜਿਹੜੀ ਜੀਵ ਇਸਤਰੀ ਤੁਹਾਨੂੰ ਭਾ ਜਾਂਦੀ ਹੈ, ਉਹਨੂੰ ਸਵਾਰਨਾ ਔਰ ਉਹਨੂੰ ਸ਼ਿੰਗਾਰ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਕਰਦੇ ਹੋ। ਉਹਨੂੰ ਆਪਣੀ ਮਰਜ਼ੀ ਦੇ ਅਨੁਸਾਰ ਆਪ ਜੀ ਬਣਾ ਲੈਂਦੇ ਹੋ। ਜੈਸੀ ਜੀਵ ਇਸਤਰੀ ਆਪ ਜੀ ਨੂੰ ਭਾਉਂਦੀ, ਆਪ ਜੀ ਨੂੰ ਚੰਗੀ ਲੱਗਦੀ ਹੈ, ਆਪ ਜੀ ਉਹਨੂੰ ਵੈਸਾ ਜੀਵਨ ਬਖਸ਼ ਦਿੰਦੇ ਹੋ। ਜਿਹੜੀ ਤੁਹਾਨੂੰ ਭਾ ਜਾਏ, ਜਿਹੜੀ ਤੁਹਾਨੂੰ ਚੰਗੀ ਲੱਗ ਜਾਏ। ਔਰ ਅੱਜ ਵੀ ਸਾਹਿਬ ਜੀ ਨੇ ਚੌਥੇ ਪਦੇ ਦੀ ਆਰੰਭਤਾ ਵਿੱਚ ਆਖਿਆ ਵੀ ਉਹ ਕਦੇ ਵੀ ਜੀਵ ਇਸਤਰੀ ਵਿਧਵਾ ਨਹੀਂ ਹੁੰਦੀ। ਜਿਹੜੀ ਜੀਵ ਇਸਤਰੀ ਗੁਰੂ ਕੇ ਸ਼ਬਦ ਅਨੁਸਾਰੀ ਜਿਉਣਾ ਸਿੱਖ ਲੈਂਦੀ ਹੈ। ਇੰਨਾ ਕੁ ਅਸੀਂ ਹਮੇਸ਼ਾ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ। ਮਾਲਕ ਜੀ ਦੀ ਬਾਣੀ ਦੇ ਰਾਹੀਂ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਨੇ ਕਿ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਉਹ ਜੀਵ ਇਸਤਰੀ ਖਸਮ ਨੂੰ ਚੰਗੀ ਲੱਗ ਜਾਂਦੀ ਹੈ, ਜਿਹਦੇ ਉੱਤੇ ਉਹ ਆਪ ਕਿਰਪਾ ਕਰਕੇ ਉਹਨੂੰ ਸਵਾਰ ਲੈਂਦਾ ਹੈ। ਪਰ ਅਸੀਂ ਇਸ ਗੱਲ ਨੂੰ ਤੇ ਮੰਨੀਏ ਨਾ, ਜਿਵੇਂ ਆਪਾਂ ਜਦੋਂ ਭਾਈ ਵੀਰ ਸਿੰਘ ਜੀ ਨੂੰ ਪੜ੍ਹਦੇ ਹਾਂ ਨਾ, ਤੇ ਭਾਈ ਵੀਰ ਸਿੰਘ ਜੀ ਨੇ ਇੱਕ ਬੜਾ ਪਿਆਰਾ ਜ਼ਿਕਰ ਕੀਤਾ। ਕਹਿੰਦੇ ਵੀ ਕੁਝ ਕੁ ਸਖੀਆਂ ਇਕੱਠੀਆਂ ਹੋਈਆਂ, ਇਕੱਠੀਆਂ ਹੋ ਕੇ ਤੇ ਉਹ ਮੇਲੇ ਵਿੱਚ ਚਲੀਆਂ ਗਈਆਂ। ਹੁਣ ਮੇਲੇ ਵਿੱਚ ਗਈਆਂ ਤੇ ਉੱਥੇ ਜਾ ਕੇ ਉਹਨਾਂ ਦੇ ਮਨਾਂ ਵਿੱਚ ਚਾਅ ਸੀ ਵੀ ਅਸੀਂ ਮੇਲੇ ਤੋਂ ਕੁਝ ਨਿਸ਼ਾਨੀ ਆਪਣੇ ਘਰ ਵਿੱਚ ਲੈ ਕੇ ਜਾਈਏ ਤੇ ਉਹਦੀ ਅਸੀਂ ਵਰਤੋਂ ਕਰ ਸਕੀਏ। ਗਈਆਂ ਉਹਨਾਂ ਸਖੀਆਂ ਨੇ, ਉਹਨਾਂ ਸਹੇਲੀਆਂ ਨੇ ਇੱਕ ਲਿਲਾਰੀ ਉੱਥੇ ਮਿਲਿਆ ਤੇ ਲਿਲਾਰੀ ਕੋਲ ਜਾ ਕੇ ਉਹਨਾਂ ਆਪਣੀ ਇੱਛਾ ਪ੍ਰਗਟ ਕੀਤੀ ਵੀ ਅਸੀਂ ਆਪਣੇ ਦੁਪੱਟੇ ਜਿਹੜੇ ਉਹਨਾਂ ਨੂੰ ਰੰਗਵਾਉਣਾ ਚਾਹੁੰਦੀਆਂ ਹਾਂ, ਵੀ ਤੁਸੀਂ ਸਾਡੇ ਦੁਪੱਟੇ ਰੰਗ ਦਿਓ। ਹੁਣ ਉਹ ਲਿਲਾਰੀ ਨੇ ਵੀ ਆਖਤਾ, ਭਾਈ ਮੈਂ ਦੁਪੱਟੇ ਰੰਗ ਦਿਆਂਗਾ, ਵੀ ਮੈਂ ਦੁਪੱਟੇ ਰੰਗਣ ਦਾ ਹੀ ਤੇ ਕਰਮ ਕਰ ਰਿਹਾ, ਤੁਹਾਡੇ ਵੀ ਦੁਪੱਟੇ ਰੰਗ ਦਿਆਂਗਾ, ਪਰ ਤੁਸੀਂ ਇਉਂ ਕਰੋ ਵੀ ਮੈਨੂੰ ਆਪਣੇ ਦੁਪੱਟੇ ਦਿਓ, ਮੈਂ ਤਾਂ ਹੀ ਰੰਗਾਂਗਾ। ਔਰ ਉਹਨਾਂ ਜੀਵ ਜਿਹੜੀਆਂ ਸਖੀਆਂ 4-5 ਇਕੱਠੀਆਂ ਹੋ ਕੇ ਗਈਆਂ ਸਨ, ਜਦੋਂ ਉਹਨਾਂ ਨੇ ਇਹ ਬਾਤ ਸੁਣੀ ਵੀ ਸਾਨੂੰ ਆਪਣੇ ਦੁਪੱਟੇ ਦਿਓ ਤਾਂ ਹੀ ਮੈਂ ਰੰਗਾਂਗਾ, ਤੇ ਉਹ ਇਨਕਾਰੀ ਹੋ ਗਈਆਂ ਵੀ ਹੁਣ ਅਸੀਂ ਦੁਪੱਟੇ ਉਤਾਰ ਕੇ ਤੈਨੂੰ ਦੇ ਨਹੀਂ ਸਕਦੀਆਂ। ਦੁਪੱਟੇ ਰੰਗਾਉਣੇ ਹੈਣ, ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਦੁਪੱਟੇ ਰੰਗੋ ਤੁਸੀਂ, ਪਰ ਅਸੀਂ ਦੁਪੱਟਿਆਂ ਨੂੰ ਉਤਾਰ ਕੇ ਤੁਹਾਨੂੰ ਨਹੀਂ ਦੇ ਸਕਦੇ, ਇਦਾਂ ਹੀ ਰੰਗ ਦਿਓ। ਇਹ ਕੇਵਲ ਭਾਈ ਵੀਰ ਸਿੰਘ ਜੀ ਨੇ ਤੇ ਉਹ ਸਖੀਆਂ ਦੀ ਸੰਸਾਰਕ ਤੌਰ ਤੇ ਸਹੇਲੀਆਂ ਦੀ ਗੱਲ ਕੀਤੀ, ਜਿਹੜੀਆਂ
ਆਪਣੀ ਇੱਜ਼ਤ ਆਪਣੀ ਆਬਰੂ ਦੀ ਬਾਤ ਕਰਦੀਆਂ ਦੁਪੱਟਾ ਦੇਣ ਤੋਂ ਇਨਕਾਰ ਕਰਦੀਆਂ ਨੇ। ਪਰ ਜੇ ਕਿਤੇ ਅਸੀਂ ਇਸ ਗੱਲ ਨੂੰ ਸਮਝੀਏ ਨਾ ਤੇ ਸਾਡੀ ਹਾਲਤ ਉਹਨਾਂ ਇਸਤਰੀਆਂ ਉਹਨਾਂ ਸਖੀਆਂ ਵਰਗੀ ਹੋਈ ਹੈ ਜਿਹੜੀਆਂ ਦੁਪੱਟਾ ਰੰਗਾਉਣ ਤੇ ਗਈਆਂ ਪਰ ਉੱਥੋਂ ਬਿਨਾਂ ਰੰਗਾਏ ਦੁਪੱਟਾ ਪਰਤ ਆਈਆਂ। ਅਸੀਂ ਵੀ ਗੁਰੂ ਕੋਲ ਆ ਕੇ ਇਹ ਕਹਿ ਤੇ ਦਿੰਨੇ ਆ ਵੀ ਸਤਿਗੁਰੂ ਸਾਡਾ ਮਨ ਰੰਗਿਆ ਜਾਏ, ਪਰ ਜੇ ਕਿਤੇ ਗੁਰੂ ਇਹ ਕਹਿੰਦਾ ਵੀ ਮੈਨੂੰ ਮਨ ਦੇਵੇਂਗਾ ਤੇ ਮਨ ਰੰਗਾਂਗਾ, ਫਿਰ ਅਸੀਂ ਮਨ ਦੇਣ ਤੋਂ ਇਨਕਾਰੀ ਹੋ ਜਾਂਦੇ ਆ। ਉਹਨਾਂ ਨੇ ਤੇ ਆਪਣੇ ਇੱਜ਼ਤ ਔਰ ਆਬਰੂ ਦੀ ਬਾਤ ਕਰਦਿਆਂ ਦੁਪੱਟਾ ਦੇਣ ਤੋਂ ਇਨਕਾਰ ਕੀਤਾ, ਪਰ ਅਸੀਂ ਆਪਣੇ ਮਨ ਦਾ ਹੱਠ ਔਰ ਆਪਣੇ ਮਨ ਦੀ ਜਿੱਦ ਤੇ ਮਨ ਦੀ ਹਉਮੈ ਨੂੰ ਛੱਡਣ ਤੋਂ ਇਨਕਾਰੀ ਹੋ ਕੇ ਮਨ ਦੇਣ ਤੋਂ ਇਨਕਾਰੀ ਹੋ ਜਾਂਦੇ। ਕਿਉਂਕਿ ਮਨ ਦੀ ਹਉਮੈ ਹੰਗਤਾ ਅਸੀਂ ਛੱਡਣੀ ਨਹੀਂ ਚਾਹੁੰਦੇ, ਮਨ ਦਾ ਹੰਕਾਰ ਅਸੀਂ ਤਿਆਗਣਾ ਨਹੀਂ ਚਾਹੁੰਦੇ, ਮਨ ਦਾ ਹੱਠ ਅਸੀਂ ਤਿਆਗਣਾ ਨਹੀਂ ਚਾਹੁੰਦੇ, ਜਿਸ ਕਰਕੇ ਗੁਰੂ ਨੂੰ ਅਸੀਂ ਮਨ ਦੇਣ ਤੋਂ ਇਨਕਾਰੀ ਹੋ ਜਾਂਦੇ ਆ ਵੀ ਸਤਿਗੁਰੂ ਜੀ ਅਸੀਂ ਮਨ ਤੁਹਾਨੂੰ ਦੇ ਨਹੀਂ ਸਕਦੇ। ਤੇ ਸੁਹਾਗ ਭਾਗ ਵਾਲੀਆਂ ਕਿਵੇਂ ਬਣਾਂਗੀਆਂ? ਆਪਾਂ ਸਮਰਪਿਤ ਤੇ ਕਰਨਾ ਹੀ ਪਏਗਾ ਨਾ, ਆਪਣੇ ਆਪੇ ਨੂੰ ਸਮਰਪਣ ਤੇ ਕਰਨਾ ਪਏਗਾ। ਜਿੰਨਾ ਚਿਰ ਆਪਾਂ ਸਮਰਪਿਤ ਨਹੀਂ ਉਹਨਾਂ ਚਿਰ ਸੁਹਾਗਣਾ ਵੀ ਨਹੀਂ। ਮਾਲਕ ਜੀ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਗੁਰੂ ਉਪਦੇਸ਼ ਅਨੁਸਾਰੀ ਹੋ ਜਾਂਦੀਆਂ ਨੇ, ਸਤਿਗੁਰੂ ਵਿੱਚ ਸਮਾ ਜਾਂਦੀਆਂ ਨੇ, ਉਹਨਾਂ ਦੇ ਮਨ ਵਿੱਚੋਂ ਇੱਕ ਡਰ ਖਤਮ ਹੋ ਜਾਂਦਾ ਹੈ ਕਿ ਉਹ ਕਦੇ ਵਿਧਵਾ ਹੋਣਗੀਆਂ। ਫਿਰ ਰੀਸਾਲੂ ਨੌ ਤਨੋ, ਸਤਿਗੁਰੂ ਕਹਿੰਦੇ ਵੀ ਉਹ ਖਸਮ ਬੜਾ ਰੀਸਾਲੂ, ਰੀਸਾਲੂ ਮਤਲਬ ਰਸ ਵਾਲਾ ਆਨੰਦਮਈ, ਨੌ ਤਨੋ ਨਿਤਾ ਪ੍ਰਤੀ ਨਵਾਂ ਹੀ ਹੈ, ਜਿਹਨੂੰ ਸਤਿਗੁਰੂ ਆਖਦੇ ਨਾ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਨੌ ਤਨੋ ਦਾ ਮਤਲਬ ਜਿਹਦਾ ਰੋਜ਼ ਤਨ ਨਵਾਂ ਹੈ, ਨਿਤਾ ਪ੍ਰਤੀ ਨਵਾਂ ਮਤਲਬ ਉਹ ਕਦੇ ਪੁਰਾਣਾ ਹੋਣ ਵਾਲਾ ਨਹੀਂ। ਫਿਰ ਰੀਸਾਲੂ ਉਹ ਖਸਮ ਜਿਹੜਾ ਰੀਸਾਲੂ ਹੈ, ਆਨੰਦਮਈ ਹੈ, ਨਵਾਂ ਹੈ ਨਿਤਾ ਪ੍ਰਤੀ, ਸੱਚਾ ਔਰ ਸੱਚਾ ਵੀ ਹੈ, ਸਦੀਵ ਰਹਿਣ ਵਾਲਾ ਹੈ, ਮਰੇ ਨਾ ਜਾਏ, ਨਾ ਉਹ ਮਰਦਾ ਹੈ ਤੇ ਨਾ ਉਹ ਜਾਂਦਾ ਹੈ। ਹੁਣ ਜਾਏ ਤੋਂ ਭਾਵ ਇੱਥੇ ਜਨਮ ਜੰਮਣਾ, ਨਾ ਉਹ ਜੰਮਦਾ ਤੇ ਨਾ ਉਹ ਮਰਦਾ ਹੈ। ਉਹ ਖਸਮ ਐਸਾ ਹੈ, ਰੋਜ਼ ਹੈ ਵੀ ਨਵਾਂ, ਕਿਉਂਕਿ ਮਰੇਗਾ ਤੇ ਉਹ ਨਾ ਜਿਹੜਾ ਪੁਰਾਣਾ ਹੋਏਗਾ, ਜਿਹੜਾ ਰੋਜ਼ ਹੀ ਨਵਾਂ ਉਹਨੇ ਮਰਨਾ ਕੀ ਹੈ। ਰੋਜ਼ ਨਵਾਂ ਇਹ ਨਹੀਂ ਵੀ ਉਹ ਇੱਕ ਦਿਨ ਬਾਅਦ ਨਵਾਂ ਹੈ, ਉਹ ਤੇ ਅਗਲੇ ਪਲ ਹੀ ਨਵਾਂ ਹੈ। ਉਹ ਤੇ ਅਗਲੇ ਪਲ, ਜੇ ਇੱਕ ਪਲ ਗੁਜ਼ਰ ਗਿਆ ਨਾ ਤੇ ਅਗਲਾ ਪਲ ਜਿਹੜਾ ਆਉਣਾ ਉਹ ਅਗਲੇ ਪਲ ਨਵਾਂ ਹੀ ਹੈ। ਇੱਕ ਇੱਕ ਘੜੀ ਬਾਅਦ, ਇੱਕ ਇੱਕ ਪਲ ਬਾਅਦ, ਇੱਕ ਇੱਕ ਚਸੇ ਬਾਅਦ, ਇੱਕ ਇੱਕ ਵਿਸ਼ੇ ਬਾਅਦ ਉਹ ਨਵਾਂ ਹੀ ਹੈ, ਉਹ ਤੇ ਪੁਰਾਣਾ ਹੋਇਆ ਹੀ ਕਦੇ ਨਹੀਂ। ਜਿਵੇਂ ਅਸੀਂ ਆਪਣੀ ਗੱਲ ਕਰਾਂਗੇ ਜਾਂ ਸੰਸਾਰਕ ਵਸਤੂਆਂ ਦੀ ਗੱਲ ਕਰਾਂਗੇ, ਸੰਸਾਰਕ ਪਦਾਰਥਾਂ ਦੀ ਗੱਲ ਕਰਾਂਗੇ, ਸਾਰੇ ਸੰਸਾਰਕ ਪਦਾਰਥ ਇੱਕ ਇੱਕ ਪਲ ਪੁਰਾਣੇ ਹੋ ਰਹੇ ਨੇ। ਸਾਡੀ ਦੇਹੀ ਵੀ ਇੱਕ ਇੱਕ ਪਲ ਕਰਕੇ ਪੁਰਾਣੀ ਹੋ ਰਹੀ ਹੈ, ਘਰ ਵੀ ਇੱਕ ਇੱਕ ਪਲ ਕਰਕੇ ਪੁਰਾਣਾ ਹੋ ਰਿਹਾ, ਸਾਡੇ ਕੋਲ ਜਿਹੜੀਆਂ ਵਸਤੂਆਂ ਨੇ ਉਹ ਵੀ ਇੱਕ ਇੱਕ ਪਲ ਕਰਕੇ ਪੁਰਾਣੀਆਂ ਹੋ ਰਹੀਆਂ ਨੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਆਹ ਪਲ ਮੇਰੇ ਕੋਲ ਵਸਤੂ ਹੈ। ਮਨੁੱਖ ਕਿਤੇ ਜਾ ਕੇ ਨਵੀਂ ਵਸਤੂ, ਕੋਈ ਨਵਾਂ ਪ੍ਰੋਡਕਟ ਖਰੀਦਦਾ ਹੈ, ਉਹ ਖਰੀਦਣ ਤੋਂ ਬਾਅਦ ਵਿੱਚ ਅਗਲੇ ਪਲ ਹੀ ਉਹ ਪੁਰਾਣਾ ਹੋ ਜਾਂਦਾ ਹੈ। ਉਹਨੇ ਖਰੀਦਿਆ, ਜਿਸ ਦੁਕਾਨਦਾਰ ਕੋਲੋਂ ਖਰੀਦਿਆ, ਖਰੀਦਣ ਤੋਂ ਬਾਅਦ ਜੇ ਉਸੇ ਦੁਕਾਨਦਾਰ ਨੂੰ ਕਹੇ ਵੀ ਮੈਨੂੰ ਨਹੀਂ ਚਾਹੀਦਾ, ਤੂੰ ਵਾਪਸ ਰੱਖ ਲਾ, ਉਹ ਵੀ ਅਗਲਾ ਕਹਿੰਦਾ ਵੀ ਹੁਣ ਤੇ ਪੁਰਾਣਾ ਹੋ ਗਿਆ। ਉਸੇ ਪਲ ਹੀ, ਇੱਕ ਪਲ ਬਾਅਦ, ਦੋ ਪਲਾਂ ਬਾਅਦ ਹੀ। ਤੇ ਮੇਰੇ ਮਾਲਕ ਜੀ ਕਹਿੰਦੇ ਵੀ ਉਹ ਜਿਹੜਾ ਖਸਮ ਹੈ ਨਾ, ਪਰਮੇਸ਼ਵਰ ਹੈ, ਉਹ ਕਦੇ ਪੁਰਾਣਾ ਨਹੀਂ ਹੋਣ ਵਾਲਾ। ਉਹ ਪਿਰ ਰਿਸਾਲੂ ਵੀ ਹੈ, ਆਨੰਦਮਈ ਵੀ ਹੈ, ਔਰ ਨਵਾਂ ਵੀ ਹੈ, ਔਰ ਸੱਚਾ ਵੀ ਹੈ, ਅਟਲ ਹੈ, ਸਦੀਵ ਰਹਿਣ ਵਾਲਾ ਹੈ, ਕਦੇ ਨਾਸ਼ ਹੋਣ ਵਾਲਾ ਨਹੀਂ, ਔਰ ਮਰੇ ਨਾ ਜਾਏ, ਜੰਮਦਾ ਮਰਦਾ ਉਹ ਹੈ ਹੀ ਨਹੀਂ, ਕਿਉਂਕਿ ਉਹ ਅਕਾਲ ਮੂਰਤ ਹੈ। ਉਹਦੀ ਹਸਤੀ ਸਮੇਂ ਤੋਂ ਪਰੇ ਹੈ। ਉਹਦੀ ਹਸਤੀ ਦੇ ਉੱਤੇ, ਉਹਦੀ ਸ਼ਖਸੀਅਤ ਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ।
ਨਾ ਉਹ ਬਚਪਨ ਵਿੱਚ ਆਇਆ, ਨਾ ਜਵਾਨੀ ਵਿੱਚ, ਔਰ ਨਾ ਬੁਢੇਪਾ ਉਹਦੇ ਤੇ ਆਉਂਦਾ ਹੈ। ਸਮੇਂ ਦਾ ਪ੍ਰਭਾਵ ਉਹਦੇ ਉੱਤੇ ਕੋਈ ਨਹੀਂ। ਸਮੇਂ ਦਾ ਪ੍ਰਭਾਵ ਉਹਦੇ ਉੱਤੇ ਹੁੰਦਾ ਹੈ ਜਿਹੜਾ ਸਮੇਂ ਦੇ ਅਧੀਨ ਪੈਦਾ ਹੋਵੇ। ਹਮੇਸ਼ਾ ਸਮੇਂ ਦੇ ਅਧੀਨ ਪੈਦਾ ਹੋਣ ਵਾਲੇ ਉੱਤੇ ਹੀ ਸਮੇਂ ਦਾ ਪ੍ਰਭਾਵ ਹੈ। ਜਿਹੜਾ ਸਮੇਂ ਅਧੀਨ ਪੈਦਾ ਨਹੀਂ ਹੋਇਆ ਉਹਦੇ ਉੱਤੇ ਸਮੇਂ ਦਾ ਪ੍ਰਭਾਵ ਵੀ ਨਹੀਂ। ਤੇ ਰੱਬ ਜੀ ਤੇ ਸਮੇਂ ਨੂੰ ਪੈਦਾ ਕਰਨ ਵਾਲੇ ਨੇ, ਸਮਾਂ ਰੱਬ ਨੂੰ ਬਣਾਉਣ ਵਾਲਾ ਨਹੀਂ ਹੈ। ਰੱਬ ਜੀ ਨੇ ਸਮਾਂ ਪੈਦਾ ਕੀਤਾ, ਸਮਾਂ ਬਣਾਇਆ, ਨਾ ਕਿ ਸਮੇਂ ਨੇ ਰੱਬ ਬਣਾਇਆ। ਕਿਉਂਕਿ ਜੇ ਸਮਾਂ ਰੱਬ ਨੂੰ ਬਣਾਉਂਦਾ ਤੇ ਸਮੇਂ ਨੇ ਰੱਬ ਨੂੰ ਮੁਕਾ ਵੀ ਦੇਣਾ ਸੀ। ਸਮਾਂ ਜਿਸ ਚੀਜ਼ ਨੂੰ ਵੀ ਬਣਾਉਂਦਾ ਹੈ ਨਾ, ਉਹ ਚੀਜ਼ ਅਖੀਰ ਜਾ ਕੇ ਮੁੱਕ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਇਹੋ ਕਾਰਨ ਹੈ ਕਿ ਸੰਸਾਰ ਜਿਹੜਾ ਮੁੱਕਦਾ ਜਾ ਰਿਹਾ, ਸੰਸਾਰ ਖਤਮ ਹੁੰਦਾ ਜਾ ਰਿਹਾ। ਜਿਹਨੂੰ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ ਤੇ ਉਹਨਾਂ ਆਖਿਆ, ਘਟੰਤ ਰੂਪੰ ਘਟੰਤ ਦੀਪੰ ਘਟੰਤ ਸਸੀਅਰ ਸੂਰ ਨਖੇਤਰੰ। ਹਰ ਚੀਜ਼ ਘਟ ਰਹੀ ਹੈ। ਸਸੀਅਰ ਘਟ ਰਿਹਾ, ਸੂਰ ਘਟ ਰਿਹਾ, ਨਖੇਤਰ ਘਟ ਰਹੇ ਨੇ, ਧਰਤੀ ਘਟ ਰਹੀ ਹੈ, ਆਕਾਸ਼ ਘਟ ਰਿਹਾ। ਕਿਹੜੀ ਚੀਜ਼ ਹੈ ਜਿਹੜੀ ਨਹੀਂ ਘਟ ਰਹੀ? ਹਰ ਚੀਜ਼ ਘਟ ਰਹੀ ਹੈ। ਬਸ ਇੱਕ ਅਕਾਲ ਪੁਰਖ ਪਰਮੇਸ਼ਵਰ ਹੈ ਜਿਹੜਾ ਘਟਦਾ ਨਹੀਂ, ਕਿਉਂਕਿ ਉਹ ਸਮੇਂ ਦੇ ਅਧੀਨ ਨਹੀਂ ਹੈ। ਬਾਕੀ ਹਰ ਚੀਜ਼ ਸਮੇਂ ਦੇ ਅਧੀਨ। ਸੂਰਜ ਸਮੇਂ ਦੇ ਅਧੀਨ ਹੈ, ਚੰਦਰਮਾ ਸਮੇਂ ਦੇ ਅਧੀਨ ਹੈ, ਧਰਤੀ ਸਮੇਂ ਦੇ ਕਾਲ ਦੇ ਅਧੀਨ ਹੈ। ਧਰਤੀ ਉੱਤੇ ਪੈਦਾ ਹੋਇਆ ਹਰ ਜੀਵ ਕਾਲ ਦੇ ਅਧੀਨ ਹੈ। ਕਾਲ ਨੂੰ ਸਮਾਂ ਵੀ ਕਹਿ ਸਕਦੇ ਹਾਂ ਤੇ ਕਾਲ ਨੂੰ ਮੌਤ ਵੀ ਕਹਿ ਸਕਦੇ। ਕਿਹੜੀ ਚੀਜ਼ ਹੈ ਜਿਹੜੀ ਮੌਤ ਦੇ ਅਧੀਨ ਨਹੀਂ? ਕੋਈ ਵਸਤੂ ਸ਼ਾਪ ਤੇ ਦੁਕਾਨ ਤੇ ਆਉਂਦੀ ਹੈ ਨਾ, ਉਹਦੀ ਬਣਾਈ, ਉਹਦੀ ਬਣਤਰ ਤੋਂ ਔਰ ਮਾਰਕੀਟ ਵਿੱਚ ਲਾਂਚ ਹੋਣ ਤੋਂ ਪਹਿਲਾਂ ਉਹਦੇ ਉੱਤੇ ਐਕਸਪਾਇਰੀ ਡੇਟ ਲਿਖੀ ਜਾਂਦੀ ਹੈ। ਉਹ ਦੁਕਾਨ ਤੇ ਅਜੇ ਅਵੇਲੇਬਲ ਨਹੀਂ, ਅਜੇ ਦੁਕਾਨ ਤੇ ਪਹੁੰਚਣੀ ਹੈ, ਪਰ ਜਦੋਂ ਬਣਦੇ ਆ ਸਾਰੋਂ ਦੇ ਉੱਤੇ ਨਾਲ ਐਕਸਪਾਇਰੀ ਡੇਟ ਲਿਖਤੀ, ਇੱਕ ਟਾਈਮ ਪੀਰੀਅਡ ਲਿਖਤਾ ਵੀ ਇੰਨੇ ਕੁ ਸਮੇਂ ਬਾਅਦ ਇਹ ਖਰਾਬ ਹੈ। ਹਰ ਚੀਜ਼ ਸਮੇਂ ਅਧੀਨ ਹੈ। ਔਰ ਜੇ ਅਸੀਂ ਆਪਣੀ ਗੱਲ ਕਰਾਂਗੇ ਤੇ ਸਤਿਗੁਰੂ ਜੀ ਨੇ ਬਾਣੀ ਵਿੱਚ ਇਸ ਗੱਲ ਦੀ ਵੀ ਪ੍ਰੋੜਤਾ ਕੀਤੀ ਹੈ ਵੀ ਤੂੰ ਇੱਥੇ ਸੰਸਾਰ ਤੇ ਆਇਆ ਬਾਅਦ ਚੋਂ ਹੈ, ਪਰ ਤੇਰੀ ਐਕਸਪਾਇਰੀ ਡੇਟ ਉਹਨੇ ਪਹਿਲਾਂ ਲਿਖੀ। ਉਹਨੇ ਤੇਰੀ ਐਕਸਪਾਇਰ ਹੋਣ ਦੀ ਡੇਟ ਪਹਿਲਾਂ ਲਿਖੀ ਹੈ। ਮਰਨ ਲਿਖਾਏ ਮੰਡਲ ਮੈਂ ਆਏ, ਪਹਿਲੋਂ ਮੌਤ ਲਿਖਾਈ ਫਿਰ ਦੁਨੀਆ ਤੇ ਆਏ। ਤੇ ਅਸੀਂ ਕਿਵੇਂ ਮੰਨ ਲਾਂਗੇ ਵੀ ਅਸੀਂ ਸਮੇਂ ਦੇ ਅਧੀਨ ਨਹੀਂ ਹਾਂ? ਅਸੀਂ ਤੇ ਆਪਣੀ ਮੌਤ ਲਿਖਾ ਕੇ ਫਿਰ ਜਨਮ ਲਿਆ ਹੈ। ਤੇ ਉਹ ਪਰਮੇਸ਼ਵਰ ਐਸਾ ਹੈ, ਉਹ ਸੱਚਾ, ਉਹ ਕਦੇ ਮਰਦਾ ਹੀ ਨਹੀਂ, ਕਿਉਂਕਿ ਉਹਦੀ ਕੋਈ ਐਕਸਪਾਇਰੀ ਡੇਟ ਨਹੀਂ। ਉਹਨੂੰ ਉਹ ਐਕਸਪਾਇਰ ਤੇ ਉਹ ਤਾਂ ਹੋਏਗਾ ਨਾ ਜੇ ਉਹਨੂੰ ਬਣਾਉਣ ਵਾਲਾ ਕੋਈ ਹੋਰ ਹੋਏਗਾ। ਮਰੇਗਾ ਤੇ ਉਹ ਤਾਂ ਜੇ ਉਹਨੂੰ ਪੈਦਾ ਕਰਨ ਵਾਲਾ ਕੋਈ ਹੋਰ ਹੋਏਗਾ। ਸਾਨੂੰ ਪੈਦਾ ਕਰਨ ਵਾਲਾ ਪਰਮੇਸ਼ਵਰ ਹੈ, ਰੱਬ ਹੈ। ਅਸੀਂ ਕਾਲ ਦੇ ਅਧੀਨ ਪੈਦਾ ਹੋਏ ਹਾਂ। ਰੱਬ ਨੂੰ ਪੈਦਾ ਕਰਨ ਵਾਲਾ ਕੌਣ ਹੈ? ਸਾਨੂੰ ਜਨਮ ਜੇ ਸੰਸਾਰਕ ਤੌਰ ਤੇ ਵੇਖਾਂਗੇ ਤੇ ਮਾਂ ਨੇ ਦਿੱਤਾ। ਅਸੀਂ ਪਿਤਾ ਦੇ ਘਰ ਵਿੱਚ ਜਨਮ ਲਿਆ। ਰੱਬ ਦਾ ਕਿਹੜਾ ਪਿਤਾ ਤੇ ਕਿਹੜੀ ਮਾਂ? ਜਿਹਦੇ ਘਰ ਵਿੱਚ ਉਹਨੇ ਜਨਮ ਲਿਆ ਤੇ ਜਿਹਦੀ ਕੁੱਖ ਤੋਂ ਉਹਨੇ ਜਨਮ ਲਿਆ, ਕੋਈ ਵੀ ਨਹੀਂ। ਤੇ ਜਦੋਂ ਉਹਨੇ ਕਿਸੇ ਦੇ ਘਰ ਤੇ ਉਹਨੇ ਕਿਸੇ ਦੀ ਕੁੱਖ ਤੋਂ ਜਨਮ ਲਿਆ ਹੀ ਨਹੀਂ, ਉਹਦੀ ਐਕਸਪਾਇਰੀ ਡੇਟ ਕੀ ਹੋ ਸਕਦੀ ਹੈ? ਉਹਦੇ ਪ੍ਰਤੀ ਤੇ ਸਤਿਗੁਰੂ ਜੀ ਬਾਣੀ ਵਿੱਚ ਇੱਥੋਂ ਤੱਕ ਜ਼ਿਕਰ ਕਰਦੇ ਨੇ ਕਿ ਦੁਨੀਆ ਇੱਕ ਦਿਨ ਆਏਗਾ ਜਿਸ ਦਿਨ ਮੁੱਕ ਜਾਏਗੀ, ਸੰਸਾਰ ਨਾਸ਼ ਹੋ ਜਾਏਗਾ, ਪਰ ਇੱਕ ਪਰਮੇਸ਼ਵਰ ਹੈ ਜਿਹੜਾ ਉਸ ਸੰਸਾਰ ਦੀ ਨਾਸ਼ਤਾ ਤੋਂ ਬਾਅਦ ਵਿੱਚ ਵੀ ਅਟਲ ਹੈ। ਉਹਦੇ ਲਈ ਤੇ ਲਫ਼ਜ਼ ਸਤਿਗੁਰੂ ਜੀ ਅਕਾਲ ਮੂਰਤ, ਅਜੂਨੀ, ਸਹਿਭੰ, ਐਸੇ ਲਫ਼ਜ਼ ਸਤਿਗੁਰੂ ਜੀ ਵਰਤਦੇ। ਸਮੇਂ ਦੇ ਪ੍ਰਭਾਵ ਤੋਂ ਪਰੇ, ਜੂਨਾਂ ਵਿੱਚ ਆਉਣ ਵਾਲਾ ਨਹੀਂ, ਪ੍ਰਕਾਸ਼ ਉਹਦਾ ਆਪਣੇ ਆਪ ਤੋਂ ਹੈ, ਉਹਨੂੰ ਕੋਈ ਬਣਾਉਣ ਵਾਲਾ ਨਹੀਂ। ਤੇ ਜਿਹਨੂੰ ਕੋਈ ਬਣਾਉਣ ਵਾਲਾ ਹੈ, ਜਿਹੜਾ ਬਣਾ ਸਕਦਾ ਉਹ ਢਾਹ ਵੀ ਸਕਦਾ ਹੈ। ਜਿਹਨੂੰ ਕੋਈ ਪੈਦਾ ਕਰ ਰਿਹਾ ਉਹ ਮਾਰਿਆ ਵੀ ਜਾ ਸਕਦਾ ਹੈ।
ਤੇ ਜਿਹਨੂੰ ਨਾ ਕੋਈ ਬਣਾ ਰਿਹਾ ਤੇ ਨਾ ਕੋਈ ਪੈਦਾ ਕਰ ਰਿਹਾ, ਉਹਨੂੰ ਢਾਉਣ ਵਾਲਾ ਵੀ ਕੋਈ ਨਹੀਂ ਤੇ ਉਹਨੂੰ ਮਾਰਨ ਵਾਲਾ ਵੀ ਕੋਈ ਨਹੀਂ। ਉਹ ਤੇ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹਦਾ ਬਣਤਰ ਉਹਦੀ ਆਪਣੇ ਆਪ ਤੋਂ ਹੈ। ਉਹਨੂੰ ਨਾ ਕਿਸੇ ਨੇ ਬਣਾਇਆ ਤੇ ਨਾ ਕਿਸੇ ਪੈਦਾ ਕੀਤਾ। ਇਸ ਲਈ ਸਤਿਗੁਰੂ ਨਾਨਕ ਸਾਹਿਬ ਕਹਿੰਦੇ, ਮਰੈ ਨਾ ਜਾਏ, ਨਾ ਉਹ ਜੰਮਦਾ ਹੈ ਤੇ ਨਾ ਉਹ ਮਰਦਾ ਹੈ। ਤੇ ਜਿਹੜੀ ਜੀਵ ਇਸਤਰੀ ਉਹਦੀ ਪਤਨੀ ਬਣ ਜਾਂਦੀ ਹੈ ਨਾ, ਉਹਨੂੰ ਵਿਧਵਾ ਹੋਣ ਦਾ ਡਰ ਮੁੱਕ ਜਾਂਦਾ ਹੈ। ਵਿਧਵਾ ਤੇ ਉਹੀ ਹੋਏਗੀ ਨਾ ਜਿਹਦੇ ਉੱਤੋਂ ਪਤੀ ਦਾ ਸਾਇਆ ਉੱਠੇਗਾ। ਦੁਹਾਗਣ ਤੇ ਉਹ ਬਣੇਗੀ ਜਿਹਦੇ ਉੱਤੋਂ ਉਹਦਾ ਸੁਹਾਗ ਸਿਰ ਤੋਂ ਚਲਾ ਜਾਏਗਾ। ਤੇ ਜਿਹਦਾ ਸੁਹਾਗ ਨਾ ਜੰਮਦਾ ਤੇ ਨਾ ਮਰਦਾ, ਉਹਨੂੰ ਚਿੰਤਾ ਕਾਹਦੀ ਦੁਹਾਗਣ ਹੋਣ ਦੀ। ਉਹ ਤੋਂ ਬਾਅਦ ਸਾਹਿਬ ਕਹਿੰਦੇ, ਫਿਰ ਜਿਹੜੀ ਜੀਵ ਇਸਤਰੀ ਸੱਚੇ ਨਾਲ ਜੁੜ ਜਾਂਦੀ ਹੈ, ਨਿਤ ਰਵੈ, ਉਹ ਨਿਤਾ ਪ੍ਰਤੀ ਉਹਨੂੰ ਰਾਵਦੀ ਹੈ, ਮੰਨਦੀ ਹੈ। ਸੁਹਾਗਣੀ, ਸੁਹਾਗਣ ਬਣ ਜਾਂਦੀ ਉਹ। ਸਾਚੀ ਨਦਰ ਰਜ਼ਾਏ, ਪਰ ਜੇ ਕਿਤੇ ਉਹ ਉਸ ਦੀ ਰਜ਼ਾ ਵਿੱਚ, ਅਕਾਲ ਪੁਰਖ ਪਰਮੇਸ਼ਵਰ ਜੀ ਜਿਹਨੂੰ ਆਪਣੀ ਰਜ਼ਾ ਦੇ ਨਾਲ ਸੁਹਾਗਣ ਬਣਾ ਲੈਂਦਾ ਨਾ, ਮਤਲਬ ਜਿਹੜੀ ਜੀਵ ਇਸਤਰੀ ਉਹਦੀ ਰਜ਼ਾ ਵਿੱਚ ਰਾਜ਼ੀ ਹੋ ਜਾਂਦੀ ਹੈ, ਉਹਦੀ ਰਜ਼ਾ ਵਿੱਚ ਰਾਜ਼ੀ ਹੁੰਦੀ, ਉਹਦੀ ਕਿਰਪਾ ਦੀ ਪਾਤਰ, ਨਦਰ ਦੀ ਪਾਤਰ ਬਣ ਜਾਂਦੀ ਹੈ, ਫਿਰ ਉਹ ਸੁਹਾਗਣੀ ਹੈ। ਔਰ ਉਹ ਸੁਹਾਗਣੀ ਜੀਵ ਇਸਤਰੀ ਫਿਰ ਨਿਤ ਰਵੈ, ਨਿਤਾ ਪ੍ਰਤੀ ਆਪਣੇ ਪਰਮੇਸ਼ਵਰ ਪਤੀ ਦਾ ਆਨੰਦ ਮਾਣਦੀ ਹੈ। ਸਾਚ ਧੜੀ ਧਨ ਮਾਂਡੀਐ, ਕਾਪੜ ਪ੍ਰੇਮ ਸ਼ਿੰਗਾਰ, ਚੰਦਨ ਚੀਤ ਵਸਾਇਆ, ਮੰਦਰ ਦਸਵਾਂ ਦਵਾਰ, ਦੀਪਕ ਸ਼ਬਦ ਵਿਗਾਸਿਆ, ਰਾਮ ਨਾਮ ਉਰਹਾਰ। ਸਾਚ ਧੜੀ ਧਨ ਮਾਂਡੀਐ, ਜਦੋਂ ਸੰਸਾਰਕ ਤੌਰ ਤੇ ਵੇਖਦੇ ਹਾਂ, ਸਤਿਗੁਰੂ ਜੀ ਬਾਣੀ ਅੰਦਰ ਵੀ ਜ਼ਿਕਰ ਕਰਦੇ ਕਿ ਇਸਤਰੀ 16 ਤਰ੍ਹਾਂ ਦੇ ਸ਼ਿੰਗਾਰ ਕਰਦੀ ਹੈ। ਉਹਦੇ ਵਿੱਚ ਆਪਣੇ ਆਪ ਨੂੰ ਸਵਾਰਨਾ, ਰੱਬ ਜੀ ਦੇ ਦਿੱਤੇ ਹੋਏ ਕੇਸਾਂ ਨੂੰ ਸਵਾਰਨਾ, ਆਪਣੇ ਸਰੀਰ ਆਪਣੀ ਕਾਇਆ ਦੇ ਉੱਤੇ ਸੁੰਦਰ ਪਹਿਰਾਵੇ ਨੂੰ ਧਾਰਨ ਕਰਨਾ, ਹੋਰ ਕਈ ਤਰ੍ਹਾਂ ਦੇ ਸ਼ਿੰਗਾਰ ਉਹਦੇ ਵਿੱਚ ਸ਼ਾਮਲ ਨੇ। ਪਰ ਜਿੰਨੇ ਕੁ ਸ਼ਿੰਗਾਰਾਂ ਦਾ ਇੱਥੇ ਸਤਿਗੁਰੂ ਜ਼ਿਕਰ ਕਰ ਰਹੇ, ਸਭ ਤੋਂ ਪਹਿਲਾਂ ਜ਼ਿਕਰ ਕੀਤਾ ਸਾਹਿਬ ਨੇ ਧੜੀ ਦਾ। ਧੜੀ ਲਫ਼ਜ਼ ਵਜ਼ਨ ਤੋਲਣ ਵਾਸਤੇ ਵੀ ਵਰਤਿਆ ਜਾਂਦਾ, ਪਰ ਇੱਥੇ ਧੜੀ ਲਫ਼ਜ਼ ਜਿਹੜਾ ਉਹ ਪੱਟੀਆਂ, ਆਪਣੇ ਕੇਸਾਂ ਦੀਆਂ ਮਿੱਡੀਆਂ ਬਣਾਉਣੀਆਂ, ਤਰ੍ਹਾਂ ਤਰ੍ਹਾਂ ਦੇ ਕੇਸਾਂ ਦੇ ਡਿਜ਼ਾਈਨ ਕਰਨੇ, ਉਹਦੇ ਲਈ ਵਰਤਿਆ ਗਿਆ। ਮਾਲਕ ਜੀ ਕਹਿੰਦੇ, ਹੁਣ ਜਦੋਂ ਤੇ ਆ ਸੰਸਾਰਕ ਤੌਰ ਉੱਤੇ ਆਪਣੇ ਕੇਸਾਂ ਨੂੰ ਸਵਾਰਨ ਦੀ ਬਾਤ ਆਈ, ਉਦੋਂ ਤੇ ਸਤਿਗੁਰੂ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਬਾਬਰ ਬਾਣੀ ਵਿੱਚ ਜਦੋਂ ਜ਼ਿਕਰ ਕੀਤਾ ਨਾ, ਉਸ ਵਕਤ ਜਦੋਂ ਬਾਬਰ ਦੇ ਵੇਲੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰੇ, ਤੇ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਤੂਰ। ਉਹ ਲਫ਼ਜ਼ ਉਦੋਂ ਸਤਿਗੁਰੂ ਜੀ ਵਰਤ ਰਹੇ ਵੀ ਜਿਹੜੀਆਂ ਬਹੁਤੇ ਸ਼ਿੰਗਾਰ ਲਾ ਲਾ ਕੇ ਬੈਠਦੀਆਂ ਸਨ ਨਾ, ਜਦੋਂ ਚੜ ਕੇ ਆਇਆ ਬਾਬਰ ਤੇ ਉਹਨੇ ਮੁੰਨ ਦਿੱਤੇ ਸਾਰਿਆਂ ਦੇ, ਮਤਲਬ ਕੇਸ ਕੱਟ ਤੇ ਉਹਨੇ। ਮੁੰਨਣ ਤੋਂ ਭਾਵ ਉਦੋਂ ਉਹਨਾਂ ਸਾਰਿਆਂ ਦੇ ਜਿਹੜੇ ਸੁਹਾਗ ਸਨ ਉਹਨਾਂ ਨੂੰ ਬਾਬਰ ਨੇ ਮਾਰਤਾ, ਤੇ ਜਦੋਂ ਮਾਰਿਆ ਉਹ ਸਾਰੀਆਂ ਦੁਹਾਗਣ ਬਣ ਗਈਆਂ, ਦੁਹਾਗਣ ਬਣੀਆਂ ਤੇ ਕੇਸਾਂ ਨੂੰ ਉਹਨਾਂ ਦੇ ਕੱਟ ਦਿੱਤਾ ਗਿਆ। ਇਦਾਂ ਦੇ ਹਾਲਾਤ ਉਦੋਂ ਸਨ। ਪਰ ਜਿਹੜਾ ਜ਼ਿਕਰ ਇੱਥੇ ਸਤਿਗੁਰੂ ਕਰ ਰਹੇ, ਇੱਥੇ ਮਾਲਕ ਜੀ ਨੇ ਜ਼ਿਕਰ ਕੀਤਾ ਸਾਚ ਧੜੀ, ਸੱਚ ਦੀਆਂ ਪੱਟੀਆਂ ਆਪਣੀਆਂ ਬਣਾਉਣੀਆਂ। ਧਨ ਮਾਂਡੀਐ, ਮਾਂਡੀਆ ਲਫ਼ਜ਼ ਵਰਤਿਆ ਜਾਂਦਾ ਸਜਾਉਣ ਵਾਸਤੇ, ਸਜਾਵਟ ਵਾਸਤੇ। ਕਾਪੜ ਪ੍ਰੇਮ ਸ਼ਿੰਗਾਰ, ਕਹਿੰਦੇ ਇਸਤਰੀ ਜਿਹੜੀ ਹੈ ਨਾ, ਜੀਵ ਇਸਤਰੀ ਜਿਹੜੀ ਹੈ, ਉਹ ਸੱਚਾ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਜਿਹੜਾ ਧਨ ਹੈ, ਨਾਮ ਰੂਪੀ ਧਨ ਕਹਿ ਲਈਏ, ਸੱਚ ਰੂਪ ਪੱਟੀਆਂ ਜੀਵ ਇਸਤਰੀ ਸਵਾਰੇ,
ਆਪਣੇ ਮਤਲਬ ਸੱਚ ਰੂਪ ਪੱਟੀਆਂ ਬਣਾਵੇ, ਔਰ ਸੱਚ ਰੂਪ ਪੱਟੀਆਂ ਬਣਾਉਂਦੀ ਹੋਈ ਕਾਪੜ ਪ੍ਰੇਮ ਸ਼ਿੰਗਾਰ ਤੇ ਆਪਣੇ ਸਰੀਰ ਦੇ ਉੱਤੇ ਪ੍ਰੇਮ ਦੇ ਵਸਤਰ ਧਾਰਨ ਕਰੇ। ਇੱਥੇ ਜਦੋਂ ਪ੍ਰਵਾਨਗੀ ਹੁੰਦੀ ਹੈ, ਇੱਥੇ ਬਾਹਰੀ ਤੌਰ ਉੱਪਰਲੇ ਸੁੰਦਰ ਵਸਤਰਾਂ ਦੀ ਨਹੀਂ, ਬਾਹਰੀ ਤੌਰ ਉੱਪਰਲੇ ਲਾਏ ਸ਼ਿੰਗਾਰ ਦੀ ਪ੍ਰਵਾਨਗੀ ਨਹੀਂ। ਇੱਥੇ ਤੇ ਪ੍ਰਵਾਨਗੀ ਹੈ ਕਿ ਆਪਣੇ ਜੀਵਨ ਦੇ ਅੰਦਰ ਸੱਚ ਔਰ ਸੱਚ ਦਾ ਹੀ ਸ਼ਿੰਗਾਰ ਹੋਵੇ ਤੇ ਕੱਪੜਾ ਪ੍ਰੇਮ ਦਾ ਹੋਵੇ, ਪ੍ਰਵਾਨਗੀ ਫਿਰ ਮਿਲਦੀ ਹੈ, ਇਹ ਤੋਂ ਬਿਨਾਂ ਪ੍ਰਵਾਨਗੀ ਨਹੀਂ। ਵਸਤਰ ਬਾਹਰੀ ਤੌਰ ਉੱਤੇ ਹੋ ਸਕਦਾ ਵੀ ਗਰੀ ਗੋਦਰੀ ਧਾਰਨ ਕੀਤੀ ਹੋਵੇ, ਮਤਲਬ ਪਾਟੇ ਜਿਹੇ ਲੀੜੇ ਕੱਪੜੇ ਆਪਣੇ ਤਨ ਉੱਤੇ ਧਾਰਨ ਕੀਤੇ ਹੋਣ, ਪਰ ਜੇ ਜੀਵ ਇਸਤਰੀ ਹਿਰਦੇ ਕਰਕੇ ਭਿੱਜੀ ਹੋਈ ਹੈ ਤੇ ਉਹ ਪਰਮੇਸ਼ਵਰ ਦੀ ਕਿਰਪਾ ਦੀ ਪਾਤਰ ਬਣ ਜਾਂਦੀ ਹੈ। ਪ੍ਰੇਮ ਕਰਕੇ ਜੇ ਉਹ ਭਿੱਜੀ ਹੋਈ ਹੈ, ਮਨ ਕਰਕੇ ਪ੍ਰੇਮ ਦੇ ਵਿੱਚ ਲੀਨ ਹੈ, ਤੇ ਉਹ ਰੱਬ ਜੀ ਦੀ ਰਹਿਮਤ ਦੀ ਪਾਤਰ ਬਣ ਜਾਂਦੀ ਹੈ। ਔਰ ਸਤਿਗੁਰੂ ਕਹਿੰਦੇ ਜੀਵ ਇਸਤਰੀਏ ਤੂੰ ਸੱਚ ਰੂਪੀ ਪੱਟੀਆਂ ਬਣਾ ਔਰ ਪ੍ਰੇਮ ਰੂਪੀ ਵਸਤਰ ਆਪਣੇ ਤਨ ਦੇ ਉੱਤੇ ਧਾਰਨ ਕਰ। ਇੱਥੇ ਤੇ ਜਦੋਂ ਸਤਿਗੁਰੂ ਜੀ ਜ਼ਿਕਰ ਕਰਦੇ, ਪ੍ਰੇਮ ਪਟੋਲਾ ਤੈਂ ਸ਼ਹ ਦਿੱਤਾ ਢੱਕਣ ਕੂ ਪੱਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਔਰ ਮਾਲਕ ਜੀ ਬਾਣੀ ਅੰਦਰ ਜ਼ਿਕਰ ਕਰਦੇ ਆ, ਇੱਥੋਂ ਤੱਕ ਵੀ ਆਖਦੇ ਨੇ ਕਿ ਇੱਕ ਸਾਖਤ ਬੰਦਾ ਜਿਹੜਾ ਆਪਣੇ ਤਨ ਉੱਤੇ ਬੜੇ ਮਹਿੰਗੇ ਤੋਂ ਮਹਿੰਗੇ ਵਸਤਰ ਧਾਰਨ ਕਰਨ ਵਾਲਾ ਹੈ, ਪਰ ਉਹ ਸਾਖਤ ਮਹਿੰਗੀਆਂ ਤੋਂ ਮਹਿੰਗੀਆਂ ਪੋਸ਼ਾਕਾਂ ਪਾਉਣ ਵਾਲਾ ਵੀ ਇੱਜ਼ਤਦਾਰ ਨਹੀਂ। ਦੂਜੇ ਪਾਸੇ ਰੱਬ ਨਾਲ ਪ੍ਰੇਮ ਕਰਨ ਵਾਲਾ ਹੋ ਸਕਦਾ ਸਰੀਰ ਉੱਤੇ ਗਲੀ ਗੋਦੜੀ ਧਾਰਨ ਕਰੀ ਫਿਰਦਾ ਹੋਵੇ, ਪਰ ਉਹ ਰੱਬ ਦੀਆਂ ਨਜ਼ਰਾਂ 'ਚ ਇੱਜ਼ਤ ਔਰ ਪੱਤ ਵਾਲਾ ਹੈ, ਕਿਉਂਕਿ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਪ੍ਰੇਮ ਵਿੱਚ ਭਿੱਜਾ ਹੋਇਆ ਹੈ। ਔਰ ਫਿਰ ਸਤਿਗੁਰੂ ਜੀ ਨੇ ਨਾਲ ਜ਼ਿਕਰ ਕੀਤਾ ਚੰਦਨ ਚੀਤ ਵਸਾਇਆ, ਫਿਰ ਆਪਣੇ ਤਨ ਉੱਤੇ ਸੁਗੰਧੀਆਂ ਦੀ ਵਰਤੋਂ ਕਰਨੀ। ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ 16 ਤਰ੍ਹਾਂ ਦੇ ਸ਼ਿੰਗਾਰ ਨੇ, ਉਹਨਾਂ ਸ਼ਿੰਗਾਰਾਂ ਦੇ ਵਿੱਚ ਆਪਣੇ ਸਰੀਰ ਉੱਤੇ ਸੁੰਦਰ ਵਸਤਰ ਧਾਰਨ ਕਰਨੇ, ਆਪਣੇ ਕੇਸਾਂ ਨੂੰ ਸਵਾਰਨਾ, ਫਿਰ ਆਪਣੇ ਸਰੀਰ ਉੱਤੇ ਸੁਗੰਧੀਆਂ ਦੀ ਵਰਤੋਂ ਕਰਨੀ, ਅਤਰ ਫਲੇਰ ਲਗਾਏ ਜਾਣੇ ਉਹਨਾਂ ਚੀਜ਼ਾਂ ਵਿੱਚ। ਇੱਥੇ ਸਾਹਿਬ ਕਹਿੰਦੇ ਜੇ ਹੁਣ ਰੱਬ ਜੀ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣ ਵਾਸਤੇ ਤੂੰ ਅਤਰ ਲਾਉਣਾ ਹੈ ਤੇ ਆਪਣੇ ਹਿਰਦੇ ਅੰਦਰ ਉਹਨੂੰ ਵਸਾਲਾ, ਇਹੋ ਤੇਰੇ ਲਈ ਤੇਰਾ ਵਰਤਿਆ ਅਤਰ ਹੈ ਚੰਦਨ। ਚੰਦਨ ਲਫ਼ਜ਼ ਸੁਗੰਧੀ ਲਈ ਵਰਤਿਆ ਗਿਆ। ਚੰਦਨ ਚੀਤ ਵਸਾਇਆ, ਆਪਣੇ ਚਿੱਤ ਵਿੱਚ ਉਸ ਪਰਮੇਸ਼ਵਰ ਨੂੰ ਵਸਾ, ਉਹਨੂੰ ਹਿਰਦੇ ਵਿੱਚ ਵਸਾਉਣਾ ਤੇਰੇ ਵਾਸਤੇ ਚੰਦਨ ਹੈ। ਔਰ ਮੰਦਰ 10ਵਾਂ ਦੁਆਰ, ਜੇ ਤੂੰ ਹੁਣ ਆਪਣੇ ਘਰ ਦੇ ਵਿੱਚ ਚਾਹੁੰਦੀ ਹੈ ਕਿ ਰੱਬ ਜੀ ਤੇਰੇ ਘਰ ਵਿੱਚ ਆ ਜਾਣ, ਤੇ ਆਪਣੀ ਸੁਰਤ ਨੂੰ ਉੱਚੀਆਂ ਚੁੱਕ ਲਾ, ਆਪਣੀ ਉੱਚੀ ਸੁਰਤ ਨੂੰ ਟਿਕਾ ਲਾ, ਇਹੋ ਤੇਰੇ ਲਈ ਘਰ ਬਣ ਜਾਣਾ ਜਿੱਥੇ ਪਰਮੇਸ਼ਵਰ ਜੀ ਦੇ ਮਿਲਾਪ ਦਾ ਤੂੰ ਸੁਖ ਮੰਨਣਾ ਹੈ। ਮੰਦਰ, ਮੰਦਰ ਮਤਲਬ ਘਰ, 10ਵਾਂ ਦੁਆਰ ਮਤਲਬ ਆਪਣੇ ਵਸਣ ਦੀ ਥਾਂ ਬਣਾ ਲਾ 10ਵੇਂ ਦੁਆਰ ਨੂੰ। 10ਵੇਂ ਦੁਆਰ ਤੋਂ ਭਾਵ ਆਪਣੀ ਸੁਰਤ ਨੂੰ ਉਤਾਂ ਚੁੱਕ ਲਾ, ਉੱਚੀਆਂ ਚੁੱਕ ਲਾ, ਤੇਰੀ ਸੁਰਤ ਉੱਚੀ ਚੁੱਕੀ ਜਾਏ, ਜਿੱਥੇ ਤੂੰ ਵਸ ਸਕੇ, ਤੇਰੇ ਵਸਣ ਦਾ ਥਾਂ ਬਣ ਜਾਏ। ਫਿਰ ਦੀਪਕ ਸ਼ਬਦ ਵਿਗਾਸਿਆ, ਹੁਣ ਘਰ ਮਿਲ ਗਿਆ, ਘਰ ਵਿੱਚ ਵਸ ਗਈ, ਸ਼ਿੰਗਾਰ ਵੀ ਤਨ ਉੱਤੇ ਲਾ ਲਏ, ਪ੍ਰੇਮ ਦਾ ਵਸਤਰ ਵੀ ਤਨ ਉੱਤੇ ਧਾਰਨ ਕਰ ਲਿਆ। ਹੁਣ ਜਦੋਂ ਪਰਮੇਸ਼ਵਰ ਨੇ ਘਰ ਵਿੱਚ ਆਉਣਾ, ਮਾਲਕ ਕਹਿੰਦੇ ਆਪਣੇ ਘਰ ਵਿੱਚ ਚਾਨਣ ਕਰਕੇ ਰੱਖ। ਤੇ ਜੇ ਹੁਣ ਘਰ ਵਿੱਚ ਚਾਨਣ ਕਰਨਾ ਤੇ ਉਹ ਚਾਨਣ ਕਿਵੇਂ ਹੋਏਗਾ? ਦੀਪਕ, ਦੀਵਾ, ਬਾਲ, ਪਰ ਕਾਹਦਾ? ਸ਼ਬਦ ਦਾ। ਸ਼ਬਦ ਰੂਪ ਦੀਪਕ ਆਪਣੇ ਹਿਰਦੇ ਅੰਦਰ ਬਾਲ ਤੇਰੇ, ਜਦੋਂ ਸ਼ਬਦ ਰੂਪ ਦੀਪਕ ਤੇਰੇ ਅੰਦਰ ਵਿਗਾਸਿਆ, ਖਿੜੇਗਾ, ਬਲੇਗਾ, ਮਾਲਕ ਜੀ ਕਹਿੰਦੇ ਫਿਰ ਜਿੱਥੇ ਆਪਣੇ ਘਰ ਦੇ ਅੰਦਰ ਦੀਪਕ ਨੂੰ ਬਾਲਣਾ, ਦੀਵੇ ਨੂੰ ਬਾਲਣਾ, ਗਿਆਨ ਦੇ ਦੀਵੇ ਨੂੰ ਬਾਲਣਾ ਹੈ, ਉੱਥੇ ਗਲ ਦੇ ਵਿੱਚ ਰੱਬ ਜੀ ਦੇ ਨਾਮ ਰੂਪੀ ਹਾਰ ਨੂੰ ਵੀ ਪਰੋ ਕੇ ਪਾਲਾ, ਗਹਿਣਾ ਰੂਪ ਬਣਾ। ਇਹ ਸਾਰੀਆਂ ਚੀਜ਼ਾਂ ਸ਼ਿੰਗਾਰ ਵਿੱਚ ਸ਼ਾਮਲ ਨੇ। ਇੱਥੇ ਹੁਣ ਇਉਂ ਕਹਿ ਸਕਦੇ ਆ ਕਿ ਗੁਰੂ ਜੀ ਵੱਲੋਂ ਸਾਨੂੰ ਉਹ ਉਪਦੇਸ਼ ਦਿੱਤਾ ਗਿਆ ਜਿਸ ਉਪਦੇਸ਼ ਸਦਕਾ ਜੀਵ ਇਸਤਰੀ ਰੱਬ ਨੂੰ ਭਾ ਸਕਦੀ ਹੈ। ਕਿਹੜੀ ਜੀਵ ਇਸਤਰੀ ਭਾਏਗੀ ਰੱਬ ਨੂੰ? ਜਿਨਨੇ ਸੱਚ ਦੀਆਂ ਪੱਟੀਆਂ ਬਣਾਈਆਂ। ਜਿਹੜੀ ਜੀਵ ਇਸਤਰੀ ਨੇ ਪ੍ਰੇਮ ਦਾ ਕੱਪੜਾ ਆਪਣੇ ਤਨ ਉੱਤੇ ਧਾਰਨ ਕੀਤਾ, ਜਿਸ ਜੀਵ ਇਸਤਰੀ ਨੇ ਆਪਣੇ ਤਨ ਉੱਤੇ ਅਤਰ ਤੇ ਲਾਇਆ,
ਪਰ ਉਹ ਅਤਰ ਲਾਇਆ ਰੱਬ ਜੀ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਕਰਕੇ, ਵਸਾਉਣ ਦਾ ਅਤਰ ਲਾਇਆ ਉਹਨੇ। ਔਰ ਜਿਨੇ ਆਪਣਾ ਘਰ ਤੇ ਬਣਾਇਆ, ਆਪਣੇ ਘਰ ਵਿੱਚ ਟਿਕੀ ਵੀ ਹੈ, ਪਰ ਉਹ ਘਰ ਬਣਾਇਆ ਹੈ ਆਪਣੀ ਉੱਚੀ ਸੁਰਤ ਨੂੰ, ਆਪਣੀ ਉੱਚੀ ਸੁਰਤ ਨੂੰ ਟਿਕਾਉਣਾ, ਉਹ ਬਣਾਇਆ ਘਰ। ਤੇ ਉਹ ਜੀਵ ਇਸਤਰੀ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਏਗੀ ਜਿਨੇ ਆਪਣੇ ਘਰ ਦੇ ਵਿੱਚ ਸ਼ਬਦ ਦਾ ਦੀਵਾ ਬਾਲਿਆ, ਤੇ ਸ਼ਬਦ ਦਾ ਦੀਵਾ ਬਾਲ ਕੇ ਆਪਣੇ ਗਲ ਦੇ ਅੰਦਰ ਜਦੋਂ ਗਹਿਣੇ ਪਾਏ ਤੇ ਉਹਨੇ ਰੱਬ ਦੇ ਨਾਮ ਰੂਪੀ ਹਾਰ ਨੂੰ ਆਪਣੇ ਗਲ ਵਿੱਚ ਪਾਇਆ। ਫਿਰ ਐਸੀ ਜੀਵ ਇਸਤਰੀ ਉਸ ਪਰਮੇਸ਼ਵਰ ਪ੍ਰਭੂ ਜੀ ਦੀਆਂ, ਪਤੀ ਜੀ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੁੰਦੀ ਹੈ। ਨਾਰੀ ਅੰਦਰ ਸੋਹਣੀ, ਮਸਤਕ ਮਣੀ ਪਿਆਰ, ਸ਼ੋਭਾ ਸੁਰਤ ਸੁਹਾਵਣੀ, ਸਾਚੈ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨਾ ਜਾਣਈ, ਸਾਚੇ ਗੁਰ ਕੈ ਹੇਤ ਪਿਆਰ। ਫਿਰ ਨਾਰੀ ਅੰਦਰ ਸੋਹਣੀ, ਮਸਤਕ ਮਣੀ ਪਿਆਰ। ਹੁਣ ਜੀਵ ਇਸਤਰੀ ਨੇ ਸ਼ਿੰਗਾਰ ਸਾਰਾ ਕਰ ਲਿਆ, ਸੁੰਦਰ ਲੱਗਣ ਲੱਗੀ। ਹੁਣ ਉਹਦੀ ਸੁੰਦਰਤਾ ਵਿੱਚ ਹੋਰ ਵਾਧਾ ਹੋਇਆ, ਪਰ ਕਦੋਂ? ਜਦੋਂ ਉਹਨੇ ਆਪਣੇ ਮਸਤਕ ਦੇ ਉੱਤੇ ਮਣੀ ਜਿਹੜੀ ਲਾਈ ਨਾ, ਉਹ ਰੱਬ ਜੀ ਦੇ ਪ੍ਰੇਮ ਦੀ ਲਾ ਲਈ। ਮਸਤਕ ਮਣੀ, ਮਸਤਕ ਦੇ ਕੱਕੇ ਨੂੰ ਸਿਹਾਰੀ, ਮਸਤਕ ਉੱਤੇ ਮਣੀ, ਮਣੀ ਲਾਈ। ਤੇ ਉਹ ਮਣੀ ਜਿਹੜੀ ਹੈ, ਉਹ ਰਤਨ ਜਿਹੜਾ ਉਹ ਕੀ ਹੈ? ਰੱਬ ਜੀ ਦੇ ਪ੍ਰੇਮ ਦਾ, ਪਿਆਰ ਦਾ। ਤੇ ਇਹ ਉਹਨੇ ਆਪਣੇ ਮੱਥੇ ਤੇ ਮਣੀ ਲਗਾ ਲਈ, ਰਤਨ ਲਾ ਲਿਆ ਇਹ। ਫਿਰ ਸ਼ੋਭਾ ਸੁਰਤ ਸੁਹਾਵਣੀ। ਹੁਣ ਉਹ ਜੀਵ ਇਸਤਰੀ ਜਿਹੜੀ ਹੈ ਨਾ, ਉਹਦੀ ਸ਼ੋਭਾ ਕੀ ਹੈ? ਉਹਦੀ ਵਡਿਆਈ ਕੀ ਹੈ? ਉਹਦੀ ਵਡਿਆਈ ਇਹੋ ਹੈ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਪ੍ਰੇਮ ਵਿੱਚ ਹਰ ਵਕਤ ਲੱਗੀ ਰਹਿੰਦੀ ਹੈ, ਹਰ ਵਕਤ ਉਹਦੇ ਵਿੱਚ ਹੀ ਮਗਨ ਹੈ, ਉਹਦੇ ਵਿੱਚ ਹੀ ਮਸਤ ਹੈ। ਉਹਨੂੰ ਦੁਨੀਆ ਦੇ ਨਾਲ ਕੋਈ ਵੀ ਮਤਲਬ ਨਹੀਂ। ਜਿਸ ਦੁਨੀਆ ਦੇ ਪ੍ਰਤੀ ਸਤਿਗੁਰੂ ਜੀ ਆਖਦੇ ਨਾ ਬਾਣੀ 'ਚ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਇਹਦੇ ਨਾਲੋਂ ਉਹਨੇ ਸੰਬੰਧ ਪਾਸੇ ਕਰ ਲਿਆ। ਹੁਣ ਉਹਦੇ ਖਿਆਲਾਂ ਵਿੱਚ ਦੁਨੀਆ ਨਹੀਂ, ਉਹਦੇ ਖਿਆਲਾਂ ਦੇ ਵਿੱਚ ਕੁਦਰਤ ਨਹੀਂ, ਉਹਦੇ ਖਿਆਲਾਂ ਦੇ ਵਿੱਚ ਕਾਦਰ ਹੈ। ਉਹਦੇ ਖਿਆਲਾਂ ਵਿੱਚ ਦੁਨੀਆ ਨਹੀਂ, ਖਿਆਲਾਂ ਅੰਦਰ ਦੁਨੀਆ ਬਣਾਉਣ ਵਾਲਾ ਹੈ। ਤੇ ਜਿਹਦੇ ਹਿਰਦੇ ਵਿੱਚ ਦੁਨੀਆ ਬਣਾਉਣ ਵਾਲਾ ਟਿਕ ਜਾਏ, ਮਾਲਕ ਜੀ ਕਹਿੰਦੇ ਇਹੋ ਉਹਦੀ ਸ਼ੋਭਾ ਤੇ ਇਹੋ ਉਹਦੀ ਵਡਿਆਈ ਹੈ। ਉਹ ਜੀਵ ਇਸਤਰੀ ਅਦਬ ਵਾਲੀ ਬਣ ਗਈ ਨਾ, ਸਤਿਕਾਰ ਵਾਲੀ ਬਣ ਗਈ, ਸਨਮਾਨ ਵਾਲੀ ਬਣ ਗਈ। ਜਦੋਂ ਆਪਾਂ ਸਤਿਗੁਰੂ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ, ਮਾਲਕ ਜੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਹਾਂ, ਇੱਕ ਥਾਂ ਤੇ ਜ਼ਿਕਰ ਕਰਦੇ ਹਾਂ, ਸਾਨੂੰ ਇਹ ਵੀ ਸਮਝਾਉਂਦੇ ਨੇ ਕਿ ਜਿਹੜੀ ਜੀਵ ਇਸਤਰੀ ਆਪਣੇ ਹਿਰਦੇ ਨੂੰ ਇੱਕ ਥਾਂ ਤੇ ਟਿਕਣ ਨਹੀਂ ਦਿੰਦੀ, ਇੱਕ ਥਾਂ ਉੱਤੇ ਹਿਰਦਾ ਨਾ ਟਿਕੇ, ਤੇ ਮਾਲਕ ਜੀ ਉਹਦੇ ਪ੍ਰਤੀ ਸਤਿਗੁਰੂ ਜੀ ਬਾਣੀ 'ਚ ਜ਼ਿਕਰ ਕਰਦੇ, ਘਰ ਘਰ ਹੰਢੈ ਜਿਉ ਰੰਨ ਦੁਹਾਗਣ। ਜਦੋਂ ਹਿਰਦਾ ਟਿਕਿਆ ਹੀ ਨਹੀਂ, ਉਦੋਂ ਦੁਹਾਗਣਾ ਵਾਲਾ ਹੀ ਕਰਮ ਹੈ ਨਾ, ਸੁਹਾਗ ਤੋਂ ਸਖਣੀਆਂ ਵਾਲਾ ਕਰਮ ਹੈ ਜਦੋਂ ਇੱਕ ਥਾਂ ਤੇ ਨਾ ਟਿਕੀ। ਸੁਰਤ ਜਦੋਂ ਇੱਕ ਥਾਂ ਤੇ ਨਾ ਟਿਕੀ, ਹਿਰਦਾ ਇੱਕ ਦੇ ਪ੍ਰੇਮ ਵਿੱਚ ਮਸਤ ਨਾ ਹੋਇਆ, ਮਗਨ ਨਾ ਹੋਇਆ, ਮਾਲਕ ਕਹਿੰਦੇ ਹਾਲਤ ਉਦਾਂ ਦੀ ਹੈ ਜਿਵੇਂ ਇੱਕ ਵਿਭਚਾਰੀ ਔਰਤ ਜਿਹੜੀ ਹੈ, ਉਹ ਵਿਭਚਾਰ ਕਰਨ ਲਈ ਵੱਖ-ਵੱਖ ਥਾਵਾਂ ਤੇ ਜਾਂਦੀ ਹੈ। ਉਸੇ ਤਰ੍ਹਾਂ ਭਲੀਏ ਜੀਵ ਇਸਤਰੀਏ, ਜੇ ਤੂੰ ਆਪਣੀ ਸੁਰਤ ਨੂੰ ਨਾ ਟਿਕਾ ਸਕੀ ਤੇ ਤੇਰੀ ਹਾਲਤ ਵੀ ਉਸ ਵਿਭਚਾਰੀ ਔਰਤ ਵਰਗੀ ਹੈ। ਔਰ ਮਾਲਕ ਜੀ ਆਖਦੇ ਤੇਰੀ ਵਡਿਆਈ ਇਹੋ ਹੈ। ਇੱਕ ਇਸਤਰੀ ਦੇ ਲਈ ਸਭ ਤੋਂ ਚੰਗੀ ਸ਼ੋਭਾ ਕੀ ਹੈ? ਕਿ ਉਹ ਆਪਣੇ ਪਰਮੇਸ਼ਵਰ, ਆਪਣੇ ਪਤੀ ਦੇ ਅਨੁਸਾਰੀ ਹੈ। ਸਭ ਤੋਂ ਭਲੀ ਸ਼ੋਭਾ, ਵਡਿਆਈ, ਦੁਨੀਆ ਵਿੱਚ ਮਾਣ ਕਹਿ ਸਕਦੇ ਹਾਂ, ਅਦਬ ਕਹਿ ਸਕਦੇ ਹਾਂ। ਵੇਖੋ, ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਜਾਂ ਮਿਥਿਹਾਸ ਦਾ ਜ਼ਿਕਰ ਕੀਤਾ ਜਾਏ, ਅਕਸਰ ਜਦੋਂ ਪਤਨੀ ਦਾ ਜ਼ਿਕਰ ਆਉਂਦਾ ਤੇ ਨਾਲ ਉਹਦੇ ਲਫ਼ਜ਼ ਵਰਤੇ ਜਾਂਦੇ ਕਿ ਇਹ ਪਤੀਵਰਤਾ ਔਰਤ ਹੈ, ਪਤੀਵਰਤਾ ਇਸਤਰੀ ਹੈ। ਪਤੀਵਰਤਾ ਤੋਂ ਭਾਵ ਕਿ ਆਪਣੇ ਪਤੀ ਦੇ ਅਨੁਸਾਰੀ ਹੈ,
ਪਤੀ ਦੇ ਪ੍ਰੇਮ ਵਿੱਚ ਹੈ, ਇਹ ਪਤੀ ਦੇ ਅਨੁਸਾਰੀ ਔਰ ਉਹਦੀ ਆਗਿਆ ਦੇ ਅਧੀਨ ਹੈ, ਇਸ ਲਈ ਉਹਦੇ ਲਈ ਲਫ਼ਜ਼ ਪਤੀਵਰਤਾ ਵਰਤਿਆ ਜਾਂਦਾ ਹੈ। ਦੁਨੀਆ ਫਿਰ ਮਾਣ ਤੇ ਅਦਬ ਦਿੰਦੀ ਹੈ, ਵਡਿਆਈ ਦਿੰਦੀ ਹੈ, ਸ਼ੋਭਾ ਦਿੰਦੀ ਹੈ। ਤੇ ਮਾਲਕ ਜੀ ਕਹਿੰਦੇ ਇਸ ਜੀਵ ਇਸਤਰੀ ਤੇ ਸ਼ੋਭਾ, ਇਸ ਜੀਵ ਇਸਤਰੀ ਵਾਸਤੇ ਸ਼ੋਭਾ ਇਹ ਹੈ ਕਿ ਇਹ ਆਪਣੇ ਪਰਮੇਸ਼ਵਰ ਰੂਪ ਪਤੀ ਦੇ ਪ੍ਰੇਮ ਵਿੱਚ ਭਿੱਜੀ ਹੋਈ ਹੈ। ਬਿਨ ਪਿਰ ਪੁਰਖ ਨਾ ਜਾਣਈ, ਸਾਚੇ ਗੁਰ ਕੈ ਹੇਤ ਪਿਆਰ। ਕਿਉਂਕਿ ਇਹ ਜੀਵ ਇਸਤਰੀ ਇੱਕ ਰੱਬ ਜੀ ਤੋਂ ਬਿਨਾ, ਆਪਣੇ ਪਰਮੇਸ਼ਵਰ ਤੋਂ ਬਿਨਾ ਕਿਸੇ ਹੋਰ ਨੂੰ ਪਿਰ ਨਹੀਂ ਜਾਣਦੀ। ਬਿਨ ਪਿਰ ਪੁਰਖ ਨਾ ਜਾਣਈ, ਖਸਮ ਨੂੰ ਇੱਕੋ ਹੀ ਖਸਮ ਹੈ ਬਸ। ਉਹ ਖਸਮ ਕਿਹੜਾ ਹੈ? ਅਕਾਲ ਪੁਰਖ ਪਰਮੇਸ਼ਵਰ। ਸਾਚੇ ਗੁਰ ਕੈ ਹੇਤ ਪਿਆਰ, ਗੁਰੂ ਕੇ ਹੇਤ ਸਦਕਾ, ਗੁਰੂ ਕੇ ਪ੍ਰੇਮ ਸਦਕਾ, ਗੁਰੂ ਕੇ ਉਪਦੇਸ਼ ਸਦਕਾ ਇਹ ਜੀਵ ਇਸਤਰੀ ਨੇ ਆਪਣਾ ਜੀਵਨ ਇੰਨਾ ਕੁ ਚੰਗਾ ਬਣਾ ਲਿਆ ਕਿ ਇੱਕ ਅਕਾਲ ਪੁਰਖ ਪਰਮੇਸ਼ਵਰ ਤੋਂ ਬਿਨਾ ਆਪਣੀ ਨਜ਼ਰ ਤਲੇ ਵੀ ਕਿਸੇ ਨੂੰ ਨਹੀਂ ਲੈ ਕੇ ਆਉਂਦੀ, ਆਪਣੀ ਨਜ਼ਰ ਦੇ ਹੇਠਾਂ ਵੀ ਕਿਸੇ ਨੂੰ ਲੈ ਕੇ ਨਹੀਂ ਆਈ। ਇਹ ਜੀਵ ਇਸਤਰੀ, ਜਿਸ ਜੀਵ ਇਸਤਰੀ ਨੇ ਗੁਰੂ ਕੇ ਉਪਦੇਸ਼ ਨੂੰ ਕਮਾ ਲਿਆ, ਗੁਰੂ ਕੇ ਉਪਦੇਸ਼ ਨੂੰ, ਗਿਆਨ ਨੂੰ ਆਪਣੀ ਜ਼ਿੰਦਗੀ 'ਚ ਹਾਸਲ ਕਰ ਲਿਆ ਨਾ, ਉਹਨੇ ਇੱਕ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਆਪਣਾ ਪਤੀ ਬਣਾ ਕੇ ਤੇ ਉਹਦੇ ਅਨੁਸਾਰੀ ਇਹਨੇ ਜਿਉਣਾ ਸ਼ੁਰੂ ਕਰ ਲਿਆ। ਨਿਸ ਅੰਧਿਆਰੀ ਸੁਤੀਏ, ਕਿਉ ਪਿਰ ਬਿਨ ਰਹਿਣ ਵਿਹਾਏ। ਅੰਕ ਜਲੋ ਤਨ ਜਾਲੀਓ, ਮਨ ਧਨ ਜਲ ਬਲ ਜਾਏ। ਜਾਂ ਧਨ ਕੰਤ ਨਾ ਰਾਵੀਆ, ਤਾਂ ਬਿਰਥਾ ਜੋਬਨ ਜਾਏ। ਇੱਕ ਸ਼ਲੋਕ ਬੜਾ ਪਿਆਰਾ, ਜਿੱਥੇ ਸਾਹਿਬ ਜ਼ਿਕਰ ਕਰਦੇ ਆ, ਆਖਦੇ ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਹੇ। ਕਹਿੰਦੇ ਵੀ ਅੱਜ ਮੈਂ ਪਰਮੇਸ਼ਵਰ ਜੀ ਦੇ ਮਿਲਾਪ ਨੂੰ ਨਹੀਂ ਮਾਣਿਆ ਤੇ ਅੱਜ ਇਉਂ ਲੱਗਦਾ ਵੀ ਜ਼ਿੰਦਗੀ ਦਾ ਜਿਉਣਾ ਵੀ ਵਿਅਰਥ ਹੈ, ਅਜਾਈ ਹੈ। ਔਰ ਇੱਥੇ ਜ਼ਿਕਰ ਕੀਤਾ ਨਿਸ ਅੰਧਿਆਰੇ, ਅੰਧਿਆਰੀ ਸੁੱਤੀਏ। ਹੇ ਸੁੱਤੀਏ ਹੋਈਏ ਗਾਫਲਤਾ ਦੀ ਨੀਂਦ ਵਿੱਚ ਜੀਵ ਇਸਤਰੀਏ, ਕਿਉਂ ਪਿਰ ਬਿਨ ਰਹਿਣ ਵਿਹਾਏ। ਤੇਰੀ ਕਿਵੇਂ ਖਸਮ ਤੋਂ ਬਿਨਾ, ਮਾਲਕ ਪਰਮੇਸ਼ਵਰ ਤੋਂ ਬਿਨਾ ਰਹਿਣ ਲੰਘ ਗਈ, ਰਾਤ ਲੰਘ ਗਈ। ਇੱਥੇ ਰਹਿਣ ਤੋਂ ਭਾਵ ਜ਼ਿੰਦਗੀ। ਤੂੰ ਆਪਣੀ ਜ਼ਿੰਦਗੀ ਕਿਵੇਂ ਆਪਣੇ ਖਸਮ ਦੇ ਮਿਲਾਪ ਤੋਂ ਬਿਨਾ ਲੰਘਾ ਲਈ ਹੈ। ਅੰਕ ਜਲੋ ਤਨ ਜਾਲੀਓ, ਐਸੇ ਅੰਕ ਨੂੰ ਕੀ ਕਰਨਾ ਜਿਹੜਾ ਪਰਮੇਸ਼ਵਰ ਦੇ ਮਿਲਾਪ ਨੂੰ ਮਾਣ ਨਹੀਂ ਸਕਿਆ। ਸਾੜਦੇ ਇਹੋ ਜਿਹੇ ਅੰਕ ਨੂੰ, ਤੇ ਅੰਕ ਦਾ ਮਤਲਬ ਅੰਗ, ਸਰੀਰਕ, ਸਰੀਰ, ਅੰਗ ਸਾਰੇ ਸਾੜਦੇ ਜਦੋਂ ਤੂੰ ਪਰਮੇਸ਼ਵਰ ਦਾ ਮਿਲਾਪ ਹੀ ਨਹੀਂ ਮਾਣ ਸਕੀ। ਅੰਕ ਜਲੋ ਤਨ ਜਾਲੀਓ, ਸਾੜਦੇ ਸਾਰਾ ਕੁਝ, ਮਨ ਧਨ ਜਲ ਬਲ ਜਾਏ। ਸਭ ਕੁਝ ਇੱਥੋਂ ਤੱਕ ਮਨ ਧਨ ਸਭ ਕੁਝ ਸੜ ਜਾਏ, ਜਿਨ੍ਹਾਂ ਦੇ ਵਿੱਚ ਗਲਤਾਨ ਹੋ ਕੇ ਆਪਣਾ ਪਰਮੇਸ਼ਵਰ ਪਤੀ ਭੁੱਲ ਗਈ ਹੈ। ਉਹਨਾਂ ਵਸਤੂਆਂ ਨੂੰ ਕੀ ਕਰਨਾ, ਉਹਨਾਂ ਪਦਾਰਥਾਂ ਨੂੰ ਕੀ ਕਰਨਾ। ਕਿੱਡੀ ਗਾਫਲਤਾ ਦੇ ਵਿੱਚ ਸੁੱਤੀ ਹੈ, ਗਾਫਲਤਾ ਦੇ ਅਧੀਨ ਹੋ ਕੇ ਤੂੰ ਜ਼ਿੰਦਗੀ ਗੁਜ਼ਾਰੀ। ਸਾਰੀ ਜ਼ਿੰਦਗੀ ਰੂਪੀ ਰਾਤ ਗੁਜ਼ਰ ਗਈ, ਰਹਿਣ ਲੰਘ ਗਈ ਸਾਰੀ। ਤੇ ਰਹਿਣ ਗੁਜ਼ਰੀ ਕਿੰਨਾ ਕਰਕੇ ਹੈ? ਸਿਰਫ ਤਨ ਦੇ ਮੋਹ ਵਿੱਚ ਫਸਿਆ ਹੋਇਆ ਰਹਿਣ ਗੁਜ਼ਰੀ ਹੈ, ਧਨ ਦੇ ਮੋਹ ਵਿੱਚ ਫਸਿਆ ਰਾਤ ਗੁਜ਼ਰੀ ਹੈ, ਅੰਗਾਂ ਦੇ ਮੋਹ ਵਿੱਚ ਫਸਿਆ ਰਾਤ ਗੁਜ਼ਰੀ ਤੇ ਹੈ, ਪਰ ਵਿਕਾਰਾਂ ਦੇ ਮੋਹ ਵਿੱਚ ਫਸਿਆ। ਸਾਹਿਬ ਕਹਿੰਦੇ ਇਹ ਸਾਰੀਆਂ ਚੀਜ਼ਾਂ ਸਾੜ ਦੇ, ਕਿਉਂਕਿ ਇਹ ਕਿਸੇ ਵੀ ਲੇਖੇ ਨਹੀਂ। ਜਿਸ ਕਰਕੇ ਖਸਮ ਦਾ ਆਨੰਦ ਹੀ ਨਾ ਮਾਣਿਆ, ਉਹਨਾਂ ਪਦਾਰਥਾਂ ਨੂੰ ਕੀ ਕਰਨਾ, ਉਹਨਾਂ ਵਸਤੂਆਂ ਨੂੰ ਕੀ ਕਰਨਾ। ਜਾ ਧਨ ਕੰਤ ਨਾ ਰਾਵੀਆ, ਤਾਂ ਬਿਰਥਾ ਜੋਬਨ ਜਾਏ। ਜਿਹਨੂੰ ਕਹਿੰਦੇ ਜੋਬਨ ਜਾਂਦੇ ਨਾ ਡਰਾਂ, ਜੇ ਸ਼ਾਹ ਪ੍ਰੀਤ ਨਾ ਜਾਏ। ਫਰੀਦਾ
ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਮੇਰਾ ਖਸਮ ਮੇਰੇ ਕੋਲ ਹੋਵੇ, ਮੇਰਾ ਸ਼ਾਹ ਮੇਰੇ ਕੋਲ ਹੋਵੇ, ਕਹਿੰਦੇ ਮੈਨੂੰ ਜੋਬਨ ਜਾਣ ਦਾ ਕੋਈ ਡਰ ਨਹੀਂ। ਬਸ ਮੇਰੀ ਸ਼ਾਹ ਦੇ ਨਾਲ ਪ੍ਰੀਤ ਟੁੱਟੇ ਨਾ, ਪਿਆਰ ਨਾ ਟੁੱਟੇ, ਉਹਦੇ ਨਾਲ ਪ੍ਰੀਤ, ਉਹਦੇ ਨਾਲ ਪ੍ਰੇਮ ਬਣਿਆ ਰਹੇ, ਜੋਬਨ ਜਾਣ ਦਾ ਕੋਈ ਡਰ ਨਹੀਂ। ਕਿਉਂਕਿ ਕਿਤੀ ਜੋਬਨ, ਪਤਾ ਹੀ ਨਹੀਂ ਕਿੰਨੇ ਕ ਜਨਮ, ਕਿੰਨੇ ਕ ਜੋਬਨ ਪ੍ਰੀਤ ਬਿਨ, ਪਿਆਰ ਤੋਂ ਬਿਨਾ ਸੁੱਕ ਗਏ, ਕੁਮਲਾ ਗਏ, ਮੁੱਕ ਗਏ। ਪਰ ਹੁਣ ਮੈਨੂੰ ਜੋਬਨ ਜਾਣ ਦਾ ਕੋਈ ਡਰ ਨਹੀਂ, ਜੇ ਮੇਰੀ ਪ੍ਰੀਤ ਪਿਆਰ ਉਸ ਮੇਰੇ ਸ਼ਾਹ ਨਾਲ ਬਣਿਆ ਰਹੇ। ਜਾ ਧਨ ਕੰਤ ਨਾ ਰਾਵੀਆ, ਕਹਿੰਦੇ ਜੇ ਧਨ ਕੰਤ ਨੂੰ ਰਾਵ ਨਹੀਂ ਰਹੀ, ਮਤਲਬ ਕੰਤ ਨੂੰ ਮਾਣਿਆ ਨਹੀਂ, ਤਾਂ ਬਿਰਥਾ ਜੋਬਨ ਜਾਏ। ਬਸ ਇਉਂ ਕਹਿ ਲਈਏ ਕਿ ਸਾਰੀ ਜ਼ਿੰਦਗੀ ਵਿਅਰਥ ਹੀ ਗਵਾ ਲਈ, ਇੱਕ ਅਕਾਲ ਪੁਰਖ ਪਰਮੇਸ਼ਵਰ ਰੂਪ ਪਤੀ ਨੂੰ ਮਾਣ ਨਹੀਂ ਸਕੇ। ਸਿਜੈ ਕੰਤ ਮਹਿਲੜੀ, ਸੁਤੀ ਬੂਝ ਨਾ ਪਾਏ। ਹਉ ਸੁਤੀ ਪਿਰ ਜਾਗਣਾ, ਕਿਸ ਕੋ ਪੁੱਛੋ ਜਾਏ। ਸਤਿਗੁਰ ਮੇਲੀ ਭੈ ਵਸੀ, ਨਾਨਕ ਪ੍ਰੇਮ ਸਖਾਏ। ਗੁਰੂ ਸਾਹਿਬ ਜੀ ਨਾ ਬਾਣੀ ਅੰਦਰ ਦੋਵੇਂ ਜ਼ਿਕਰ ਕਰਦੇ। ਆ ਜ਼ਿਕਰ ਕੀਤਾ ਵੀ ਇਸਤਰੀ ਜਿਹੜੀ ਆ ਉਹ ਸੇਜਾ ਉੱਤੇ ਸੁੱਤੀ ਪਈ ਹੈ, ਭੁੱਲ ਗਈ ਵੀ ਮੇਰਾ ਖਸਮ, ਮੇਰਾ ਮਾਲਕ ਮੇਰੇ ਕੋਲ ਹੈ। ਪਰ ਇੱਕ ਪਾਸੇ ਸਤਿਗੁਰੂ ਜੀ ਜ਼ਿਕਰ ਕਰਦੇ, ਆਓ ਸੁਭਾਗੀ ਨੀਂਦੜੀਏ ਮੈਂ ਫਿਰ ਦੇਖਾਂ, ਮੈਂ ਅਕਾਲ ਪੁਰਖ ਪਰਮੇਸ਼ਵਰ ਆਪਣੇ ਖਸਮ ਨੂੰ ਆਪਣੇ ਸੁਪਨੇ ਵਿੱਚ ਹੀ ਮਾਣ ਲਾਂ। ਮੈਂ ਤੈਨੂੰ ਸੁਭਾਗੀਏ ਨੀਂਦੜੀਏ ਆਵਾਜ਼ ਮਾਰ ਕੇ ਸੱਦ ਰਹੀ ਹਾਂ। ਉੱਥੇ ਪ੍ਰੇਮ ਜਿਹੜਾ ਇਦਾਂ ਦਾ ਕਿ ਨਾ ਤੇ ਜਾਗਦਿਆਂ ਵਿਸਰੇ ਤੇ ਨਾ ਸੁੱਤਿਆਂ ਵਿਸਰੇ। ਮਤਲਬ ਜਾਗਦਿਆਂ ਵੀ ਖਸਮ ਨੂੰ ਮਾਣਿਆ ਤੇ ਸੌਣ ਲੱਗਿਆਂ ਨੀਂਦ ਨੂੰ ਵੀ ਆਖਿਆ ਵੀ ਹੇ ਸੁਭਾਗੀਏ ਤੂੰ ਆ, ਕਿਉਂਕਿ ਮੈਨੂੰ ਜਦੋਂ ਨੀਂਦ ਆਏਗੀ ਮੈਂ ਸੁਪਨਾ ਵੇਖਾਂਗੀ ਤੇ ਮੈਨੂੰ ਸੁਪਨੇ ਵਿੱਚ ਵੀ ਮੇਰਾ ਖਸਮ ਦਿਸੇਗਾ। ਉੱਥੇ ਦੋਵੇਂ ਪੱਖ, ਜਾਗਦਿਆਂ ਵੀ ਸੁਹਾਗਣ ਤੇ ਸੁੱਤਿਆਂ ਵੀ ਖਸਮ ਦੇ ਪ੍ਰੇਮ ਵਿੱਚ, ਔਰ ਸੁੱਤਿਆਂ ਸੁਪਨੇ ਅੰਦਰ ਉਸ ਮਾਲਕ ਦੇ ਆਨੰਦ ਨੂੰ ਮਾਨਣਾ। ਔਰ ਇੱਥੇ ਜ਼ਿਕਰ ਕੀਤਾ ਸੇਜੈ ਕੰਤ ਮਹੇਲੜੀ। ਇਹ ਮਹੇਲੜੀ ਹੈ ਨਾ, ਇਹ ਗਾਫਲ ਹੋਈ ਹੋਈ ਹੈ ਜੀਵ ਇਸਤਰੀ, ਸੇਜੈ ਉੱਤੇ ਤੇ ਹੈ ਪਰ ਕੰਤ ਤੋਂ ਸਖਣੀ ਹੈ, ਸੁੱਤੀ ਬੂਝ ਨਾ ਪਾਏ। ਇਸ ਗਾਫਲਤਾ ਦੀ ਨੀਂਦ ਵਿੱਚ ਸੁੱਤੀ ਹੋਈ ਨੂੰ ਸਮਝ ਹੀ ਨਹੀਂ ਲੱਗੀ, ਬੂਝ ਹੀ ਨਹੀਂ ਪਈ। ਇਹ ਸਮਝ ਨਹੀਂ ਸਕੀ ਕਿ ਹਾਂ ਸੁੱਤੀ ਫਿਰ ਜਾਗਣਾ। ਮੇਰਾ ਮਾਲਕ ਤੇ ਜਾਗਰੂਕ ਹੈ, ਹਰ ਵਕਤ ਜਾਗਰੂਕ ਹੈ, ਤੇ ਮੈਂ ਸੌਂ ਕੇ ਕਿਉਂ ਜੀਵਨ ਬਤੀਤ ਕਰ ਰਹੀ ਹਾਂ? ਮੈਂ ਗਾਫਲਤਾ ਦੀ ਨੀਂਦ ਵਿੱਚ ਕਿਉਂ ਸੁੱਤੀ ਹਾਂ? ਪਰ ਪਰਮੇਸ਼ਵਰ ਮੇਰਾ ਪਤੀ ਤੇ ਮੇਰਾ ਹਰ ਵਕਤ ਜਾਗਰੂਕ ਹੈ, ਉਹ ਤੇ ਹਰ ਵਕਤ ਸੁਚੇਤ ਹੈ। ਮੈਂ ਗਾਫਲ ਕਿਉਂ ਆ? ਫਿਰ ਕਹਿੰਦੇ ਕਿਸ ਕੋ ਪੁੱਛੋ ਜਾਏ, ਮੈਂ ਪੁੱਛਾਂ ਕਿਹਨੂੰ ਵੀ ਹੁਣ? ਗਾਫਲਤਾ ਛੱਡਾਂ ਕਿਵੇਂ? ਮੈਂ ਆਪਣੀ ਗਾਫਲਤਾ ਤਿਆਗਣਾ ਚਾਹੁੰਦੀ ਹਾਂ। ਮੈਂ ਆਪਣੇ ਖਸਮ ਨੂੰ ਸੌਂ ਕੇ ਗਵਾਉਣਾ ਨਹੀਂ ਚਾਹੁੰਦੀ। ਮੈਂ ਗਾਫਲਤਾ ਵਿੱਚ ਗਲਤਾਨ ਹੋ ਕੇ ਆਪਣੇ ਪਿਰ ਤੋਂ ਮੁੱਖ ਮੋੜਨਾ ਨਹੀਂ ਚਾਹੁੰਦੀ, ਕਿਉਂਕਿ ਪਿਰ ਮੇਰਾ ਸਦਾ ਜਾਗਣਾ ਹੈ, ਪਰ ਮੈਂ ਹਮੇਸ਼ਾ ਗਾਫਲਤਾ ਵਿੱਚ ਸੁੱਤੀ ਹਾਂ। ਹੁਣ ਪੁੱਛਾਂ ਕਿਹਨੂੰ? ਫਿਰ ਸਾਹਿਬ ਦੱਸਦੇ ਸਤਿਗੁਰ ਮੇਲੀ ਭੈ ਵਸੀ, ਵੀ ਜੇ ਤੂੰ ਪਿਰ ਨੂੰ ਖਸਮ ਨੂੰ ਮੰਨਣਾ ਤੇ ਫਿਰ ਉਹਦੇ ਭੈ ਵਿੱਚ ਵਸਣਾ ਸਿੱਖ। ਗੁਰੂ ਨੇ ਕਿਰਪਾ ਕਰਕੇ ਮਿਲਾਪ ਕਰਾਇਆ। ਗੁਰੂ ਨੇ ਆਪ ਬਿਸ਼ਟ ਬਣ ਕੇ ਵਿੱਚ ਬਸੀਠ ਬਣ ਕੇ ਉਹਨੇ ਆਪ ਮਿਲਾਪ ਕਰਵਾਇਆ, ਔਰ ਐਸਾ ਮਿਲਾਪ ਕਰਵਾਇਆ ਨਾਲ ਉਹਨੇ ਗੁਣ ਦਿੱਤਾ ਵੀ ਜੇ ਹੁਣ ਸਦੀਵ ਆਪਣੇ ਖਸਮ ਨਾਲ ਰਹਿਣਾ ਚਾਹੁੰਦੀ ਹੈ ਨਾ, ਭੈ ਵਸੀ, ਉਹਦੇ ਡਰ ਵਿੱਚ ਰਹੀਂ, ਨਿਰਮਲ ਭਾਵ ਵਿੱਚ ਰਹੀਂ। ਨਿਰਮਲ ਭਾਵ ਵਿੱਚ ਰਹਿੰਦੇ ਆ ਨਾਨਕ ਪ੍ਰੇਮ ਸਖਾਏ। ਪਿਆਰ ਦੇ ਸਦਕਾ, ਪ੍ਰੇਮ ਦੇ ਸਦਕਾ ਉਹ ਅਕਾਲ ਪੁਰਖ ਪਰਮੇਸ਼ਵਰ ਤੇਰਾ ਸਾਥੀ ਬਣਿਆ ਰਹੇਗਾ। ਇਹ ਗੁਣ ਦਿੱਤਾ ਗੁਰੂ ਨੇ, ਜਿਨੇ ਆਪ ਵਿਚੋਲਗੀ ਕੀਤੀ। ਉਹਨੇ ਦੱਸਿਆ
ਵੀ ਜੇ ਖਸਮ ਦੇ ਪ੍ਰੇਮ ਨੂੰ, ਪਿਆਰ ਨੂੰ ਹਮੇਸ਼ਾ ਮੰਨਣਾ ਹੈ, ਰੱਬ ਦੇ ਪ੍ਰੇਮ ਨੂੰ ਹਮੇਸ਼ਾ ਮੰਨਣਾ ਹੈ, ਤੇ ਫਿਰ ਉਹਦੇ ਭੈ ਵਿੱਚ ਵਸਣਾ ਸਿੱਖ ਲਾ, ਉਹਦੇ ਨਿਰਮਲ ਭਉ ਵਿੱਚ ਰਹਿਣਾ ਸਿੱਖ, ਔਰ ਉਹਦੇ ਨਿਰਮਲ ਭਉ ਵਿੱਚ ਰਹਿੰਦਿਆਂ ਉਹਦੇ ਨਾਲ ਪ੍ਰੇਮ ਕਰਦਿਆਂ ਪ੍ਰੇਮ ਨੂੰ ਆਪਣਾ ਸਾਥੀ ਸਖਾ ਬਣਾ, ਤਾਂ ਜੋ ਉਹ ਅਕਾਲ ਪੁਰਖ ਪਰਮੇਸ਼ਵਰ ਰੂਪਪਤੀ ਸਦੀਵ ਤੇਰੇ ਕੋਲ ਰਹੇ ਤੇ ਤੂੰ ਹਮੇਸ਼ਾ ਉਹਦੇ ਪ੍ਰੇਮ ਵਿੱਚ ਮਗਨ ਰਹਿ ਕੇ ਉਹਦਾ ਆਨੰਦ ਮਾਣਦੀ ਰਹੇ। ਇਸ ਤਰੀਕੇ ਦੇ ਨਾਲ ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਸਾਨੂੰ ਜੀਵ ਇਸਤਰੀਆਂ ਨੂੰ ਉਪਦੇਸ਼ ਦਿੰਦਿਆਂ ਉਹ ਅਕਾਲ ਪੁਰਖ ਪਰਮੇਸ਼ਵਰ ਨੂੰ ਰਾਵਣ ਦੀ ਜਾਚ ਦੱਸਦੇ ਵੀ ਉਹਨੂੰ ਰਾਵਿਆ ਤਾਂ ਹੀ ਜਾ ਸਕਦਾ ਹੈ ਜੇ ਅਸੀਂ ਆਪਣੇ ਤਨ ਉੱਤੇ ਸ਼ਿੰਗਾਰ ਤੇ ਲਾਈਏ, ਪਰ ਉਹ ਸ਼ਿੰਗਾਰ ਪ੍ਰੇਮ ਦਾ ਹੋਵੇ, ਪਿਆਰ ਦਾ ਵਸਤਰ ਧਾਰਨ ਕੀਤਾ ਹੋਵੇ, ਔਰ ਸੁਗੰਧੀਆਂ ਆਪਣੇ ਚਿੱਤ ਉੱਤੇ, ਚਿੱਤ ਵਿੱਚ ਉਹਨੂੰ ਵਸਾਉਣ ਦੀਆਂ ਲਾਈਆਂ ਹੋਣ, ਔਰ ਸੱਚ ਦੀਆਂ ਅਸੀਂ ਪੱਟੀਆਂ ਬਣਾਈਆਂ ਹੋਣ, ਫਿਰ ਉਹਦੇ ਅਨੁਸਾਰੀ ਸਾਰਾ ਸ਼ਿੰਗਾਰ ਕੀਤਾ ਹੋਵੇ, ਫਿਰ ਕਿਤੇ ਜਾ ਕੇ ਅਸੀਂ ਉਸ ਕੰਤ ਨੂੰ, ਉਸ ਮਾਲਕ ਖਸਮ ਨੂੰ, ਪਰਮੇਸ਼ਵਰ ਨੂੰ ਅਸੀਂ ਪਾਉਂਦੀਆਂ ਹਾਂ। ਇਹ ਸਾਰਾ ਉਪਦੇਸ਼ ਅੱਜ ਗੁਰੂ ਸਾਹਿਬ ਸਾਨੂੰ ਦ੍ਰਿੜ ਕਰਾਉਂਦੇ ਨੇ। ਮਾਲਕ ਕਿਰਪਾ ਕਰਨ ਕਿਤੇ ਅਸੀਂ ਵੀ ਆਪਣੀਆਂ ਗਾਫਲਤਾ ਦੀਆਂ ਨੀਂਦਰਾਂ ਤਿਆਗ ਸਕੀਏ ਔਰ ਪ੍ਰੇਮ ਦਾ ਪਟੋਲਾ ਆਪਣੇ ਤਨ ਉੱਤੇ ਧਾਰਨ ਕਰ ਲਈਏ, ਆਪਣੇ ਜੀਵਨ ਵਿੱਚ ਧਾਰਨ ਕਰ ਲਈਏ, ਤਾਂ ਜੋ ਉਸ ਖਸਮ ਦੇ ਚਿੱਤ ਨੂੰ ਅਸੀਂ ਵੀ ਭਾ ਜਾਈਏ ਤੇ ਉਹਨੂੰ ਪਾਉਂਦੀਆਂ ਅਸੀਂ ਵੀ ਉਹਦੇ ਨਾਲ ਹਿਰਦੇ ਰੂਪੀ ਸੇਜਾ ਦੇ ਉੱਤੇ ਆਨੰਦ ਮਾਣ ਸਕੀਏ, ਤੇ ਉਹ ਪਰਮੇਸ਼ਵਰ ਜੀ ਦਾ ਨਿਤਾ ਪ੍ਰਤੀ ਬਖਸ਼ਿਸ਼ ਦਾ ਹੱਥ ਸਾਡੇ ਸਿਰ ਉੱਤੇ ਬਣਿਆ ਰਹੇ, ਤੇ ਅਸੀਂ ਰਹਿੰਦੇ ਸਵਾਸ ਸੁਹਾਗ ਭਾਗ ਵਾਲੀਆਂ ਬਣ ਕੇ ਗੁਜ਼ਾਰੀਏ ਤੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਪਰ ਖਿਆਲ ਰੱਖੀਏ ਕਿ ਮਾਲਕ ਅੱਗੇ ਅਰਜ਼ੋਈਆਂ ਅਸੀਂ ਨਿਤਾ ਪ੍ਰਤੀ ਕਰਦੇ ਰਹੀਏ, ਜੋ ਸਾਨੂੰ ਉਪਦੇਸ਼, ਜੋ ਗਿਆਨ ਸਾਡੀ ਝੋਲੀ ਵਿੱਚ ਪਾਉਂਦੇ ਨੇ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਆਪਣਾ ਬਖਸ਼ਿਸ਼ ਭਰਿਆ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਹਾਜ਼ਰੀਆਂ ਮਨਾ ਕਰਕੇ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ,
ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਸਿਜੈ ਕੰਤ ਮਹਿਲੜੀ, ਸੁਤੀ ਬੂਝ ਨਾ ਪਾਏ। ਹਉ ਸੁਤੀ ਪਿਰ ਜਾਗਣਾ, ਕਿਸ ਕੋ ਪੁੱਛੋ ਜਾਏ। ਸਤਿਗੁਰ ਮਿਲੀ ਪੈ ਵਸੀ, ਨਾਨਕ ਪ੍ਰੇਮ ਸਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।